गुर सतगुर संग कीरे हम थापे। धन धन गुरु नानक जन केरा। जित मिल्या चुके सब सोग संतापे। धन धन गुरु नानक जन केरा। जित मिलै चुके सब सोग संतापे। सतनाम श्री वाहिगुरु जी। तनासरी महला चौथा। हम अंदुले अंद बिखै बिखराते क्यों चल है गुर चाली। सतगुर दया करे सुख दाता। हम लावै अपन पाली। हम अंदुले अंद बिखै बिखराते क्यों चाल है गुर चाली। सतगुर दया करे सुख दाता। हम लावै अपन पाली। वाहिगुरु जी का खालसा वाहिगुरु जी की फतेह। परम सन्मानयोग जुगो जुगा टल तखत चवर छत्र दे मालक सतगुरु श्री गुरु ग्रंथ साहिब महाराज पातशाह जी की पावन पवित्र हजूरी अंदर सजे हुए दीवाना दे विच आप संगत जी हाजरियां भर के सतगुरु परमात्मा जी वल्लों दिती हुई सवासां रूपी पूंजी नूं सफला करन दा यतन कर रहे हो। अमृत वेले तख्तां ते विराजमान हो करके धन श्री गुरु ग्रंथ साहिब महाराज पातशाह जी ने जो पावन हुक्मनामा अज साडी झोली दे विच पाउना कीता है। अज दे ये पावन बचन चौथे पातशाह धन धन रामदास गुर जिन सिरिया तिने सवारिया पूरी हुई करामात आप सिरजनहारे धारिया। सिखी अते संगति पार ब्रह्म कर नमस्कारिया। जिन्नी तू डिठा भाव कर से तुद पार उतारिया। धन गुरु रामदास महाराज जी की पावन रसना तो अज दे बचन उचारण होए ने। तनासरी राग दे अंदर श्री गुरु ग्रंथ साहिब महाराज जी के पावन पवित्र अंग 667 के उपर आरंभ हो करके 668 अंग ते इन्हां बचनां दी संपूर्णता है। सतगुरु महाराज बख्शिश करन आप संगत असीस बख्शियो। अज इतिहास दे विच दो महत्वपूर्ण इतिहासिक दिहाड़े ने। एक तां साहिब जिन्हां दा अज सतगुरु ने हुक्मनामा बख्शिश किया है, गुरु रामदास महाराज जी का ज्योति जोत पुरब है। दूसरा अज इतिहास दे विच दिहाड़ा जिहड़ा है वो श्री गुरु ग्रंथ साहिब जी की संपूर्णता का दिवस है।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ ਤਿੰਨ ਮੁੱਖ ਦਿਹਾੜੇ ਜਿਹੜੇ ਹੈ ਉਹ ਮਨਾਉਂਦੇ ਹਾਂ। ਇੱਕ ਤਾਂ ਪਰਸੋਂ 28 ਅਗਸਤ ਨੂੰ ਅਸੀਂ ਮਨਾਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦ ਬੀੜ ਦਾ ਪਹਿਲਾ ਪ੍ਰਕਾਸ਼ ਪੁਰਬ, ਜਿਸ ਦੀ ਸੰਪਾਦਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਕਰਾ ਕੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਦੇ ਤੌਰ ਤੇ ਉਹਨਾਂ ਨੇ ਸੇਵਾ ਨਿਭਾਈ। ਪਹਿਲਾ ਹੁਕਮ ਜਿਹੜਾ ਸੀ ਉਸ ਵੇਲੇ ਆਇਆ ਸੀ, ਸੰਤਾਂ ਕੀ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਇਤਿਹਾਸ ਦੇ ਵਿੱਚ ਦੂਸਰਾ ਦਿਹਾੜਾ ਜਿਹੜਾ ਅਸੀਂ ਮਨਾਉਂਦੇ ਹਾਂ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਕਰੀਬਨ 102 ਸਾਲ ਬਾਅਦ ਸਨ 1706 ਨੂੰ, ਯਾਦ ਰੱਖਿਓ ਇਸ ਗੱਲ ਨੂੰ, ਕਿ ਪਹਿਲੀ ਸੰਪਾਦਨਾ ਜਿਹੜੀ ਹੈ ਉਹ ਸਨ 1604 ਦੇ ਵਿੱਚ ਹੋਈ ਹੈ ਤੇ ਦੂਸਰੀ ਸੰਪਾਦਨਾ ਜਿਹਨੂੰ ਸੰਪੂਰਨਤਾ ਦੀ ਸੰਪਾਦਨਾ ਆਖਦੇ ਆ ਉਹ 1706 ਦੇ ਵਿੱਚ 10ਵੇਂ ਜਾਮੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵੰਡੀ ਸਾਬੋ ਦੇ ਅਸਥਾਨ ਤੇ ਕੀਤੀ, ਜਿਸ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 59 ਸ਼ਬਦ, 57 ਸ਼ਲੋਕ ਔਰ ਇੱਕ ਹੋਰ ਰਾਗ ਜਿਹੜਾ ਸੀ ਜਿਹਨੂੰ ਜੈਜਾਵੰਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਖਰੀ ਰਾਗ ਆਖਦੇ ਆ, ਉਹ ਮਹਾਰਾਜ ਨੇ ਦਰਜ ਕਰਕੇ ਤੇ ਸੰਪੂਰਨਤਾ ਬਖਸ਼ੀ 102 ਸਾਲ ਬਾਅਦ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਇੱਕ ਵਿਸ਼ੇਸ਼ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਸਤਿਗੁਰੂ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਉਨਾ ਥੋੜਾ ਹੈ। ਸਤਿਗੁਰੂ ਮਹਾਰਾਜ ਜੀ ਨੇ ਸਿੱਖੀ ਨੂੰ ਹਰ ਥਾਂ ਤੇ ਵਿਲੱਖਣਤਾ ਦਿੱਤੀ ਹੈ, ਭਾਵੇਂ ਉਹ ਗੁਰਤਾ ਗੱਦੀ ਦੇਣ ਦਾ ਸੰਬੰਧ ਸੀ, ਕਿਉਂਕਿ ਅੱਜ ਤੱਕ ਵੀ ਧਾਰਮਿਕ ਜਗਤ ਦੇ ਵਿੱਚ ਜਦੋਂ ਕੋਈ ਰਹਿਬਰ, ਕੋਈ ਆਗੂ ਸੰਸਾਰ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਸੇਵਾਵਾਂ ਦੇ ਕੇ ਸੰਸਾਰ ਤੋਂ ਜਦੋਂ ਤੁਰਦਾ ਹੈ ਤੇ ਉਹਦੀ ਸੰਪਰਦਾ ਦੇ ਲੋਕ, ਉਹਦੇ ਮੰਨਣ ਵਾਲੇ ਲੋਕ ਨੇ ਫਿਰ ਦਾਅਵੇਦਾਰ ਬਣ ਜਾਂਦੇ ਨੇ ਕਿ ਹੁਣ ਇਹਦੇ ਤੋਂ ਬਾਅਦ ਵਿੱਚ ਮੇਰਾ ਹੱਕ ਹੈ। ਖਾਸ ਕਰਕੇ ਦੋ ਦਾਅਵੇ ਕਰਨਗੇ। ਇੱਕ ਉਹ ਦਾਅਵਾ ਕਰਨਗੇ ਜਿਹੜੇ ਉਹਦੇ ਪਰਿਵਾਰ ਦੇ ਵਿੱਚੋਂ ਹੋਣਗੇ, ਭਾਵ ਕਿ ਉਹਦਾ ਕੋਈ ਪੁੱਤਰ ਹੋਵੇਗਾ। ਦੂਸਰਾ ਉਹ ਦਾਅਵਾ ਕਰੇਗਾ ਜਿਹੜਾ ਉਹਦਾ ਬਹੁਤਾ ਨਜ਼ਦੀਕੀ ਰਿਹਾ ਹੋਵੇ, ਜਿਹਨੇ ਬਹੁਤਾ ਲਾਗੇ ਹੋ ਕੇ ਕੋਈ ਸੇਵਾਵਾਂ ਕੀਤੀਆਂ ਹੋਣ। ਸਤਿਗੁਰੂ ਮਹਾਰਾਜ ਜੀ ਨੇ ਸਿੱਖੀ ਨੂੰ ਵਿਲੱਖਣਤਾ ਦਿੱਤੀ। ਮਹਾਰਾਜ ਨੇ ਜੇਕਰ ਗੁਰਤਾ ਗੱਦੀ ਦੀ ਰਸਮ ਚਲਾਈ ਤੇ ਆਪਣੀ ਹਯਾਤੀ ਦੇ ਵਿੱਚ ਅਗਲਾ ਵਾਰਿਸ ਜਿਹੜਾ ਸੀ ਉਹਨੂੰ ਥਾਪ ਕੇ ਗਏ। ਸਤਿਗੁਰੂ ਮਹਾਰਾਜ ਨੇ ਜੇ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਕੀਤੀ ਤੇ ਇੱਕ ਗਿਣਤੀ ਵਾਲੇ ਇੱਕ ਤੋਂ ਕਰਕੇ ਮਹਾਰਾਜ ਨੇ ਇੱਥੇ ਵੀ ਵਿਲੱਖਣਤਾ ਦਿੱਤੀ ਹੈ। ਓਮ ਸ਼ਬਦ ਜਿਹੜਾ ਹੈ ਇਹ ਹਿੰਦੂ ਸਨਾਤਨ ਧਰਮ 'ਚ ਬਹੁਤ ਪੁਰਾਣੇ ਸਮੇਂ ਤੋਂ ਵਰਤਿਆ ਜਾਂਦਾ ਹੈ। ਤੁਸੀਂ ਪੰਜਾਬ, ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਜਾਓ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਸ਼ਹਿਰ ਹੈ ਨਰਮਦਾ ਨਦੀ ਦੇ ਬਿਲਕੁਲ ਕੰਢੇ ਦੇ ਉੱਤੇ, ਨਰਮਦਾ ਵਿਚਕਾਰ ਨਿਕਲਦੀ, ਅੱਧਾ ਸ਼ਹਿਰ ਨਰਮਦਾ ਦੇ ਇੱਕ ਪਾਸੇ ਹੈ, ਅੱਧਾ ਦੂਸਰੇ ਪਾਸੇ। ਉਸ ਨਗਰ ਦਾ ਨਾਮ ਹੈ ਓਂਕਾਰੇਸ਼ਵਰ। ਓਂਕਾਰੇਸ਼ਵਰ, ਓਂਕਾਰੇਸ਼ਵਰ ਉਹ ਸ਼ਹਿਰ ਦਾ ਨਾਂ, ਤੀਰਥ ਦਾ ਨਾਂ, ਬੱਸ ਸਟਾਪ ਦਾ ਨਾਂ, ਹਰ ਥਾਂ ਦਾ ਨਾਂ ਉੱਥੇ ਓਂਕਾਰ ਹੈ। ਓਮ ਸ਼ਬਦ ਜਿਹੜਾ ਹੈ ਇਹ ਬੜਾ ਪੁਰਾਤਨ ਸਮੇਂ ਤੋਂ ਵਰਤਿਆ ਗਿਆ, ਪਰ ਜਦੋਂ ਓਮ ਕਹਿੰਦਿਆਂ ਹੋਇਆਂ ਇਹਦੀ ਧੁਨੀ ਨੂੰ ਲੰਮਾ ਕੀਤਾ ਜਾਂਦਾ ਹੈ ਤੇ ਊੜੇ, ਐੜੇ ਤੇ ਮੰਮੇ ਇਹ ਤਿੰਨ ਅੱਖਰਾਂ ਦੀ ਵਰਤੋਂ ਹੁੰਦੀ ਹੈ। ਓਮ ਇਹਦਾ ਭਾਵ ਹੁੰਦਾ ਸੀ ਕਿ ਇਹ ਤਿੰਨ ਦੇਵਤੇ ਨੇ ਜਿਹਨੂੰ ਮਹਾਰਾਜ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਨ। ਤਿੰਨ ਸ਼ਕਤੀਆਂ ਨੇ ਜਿਹੜੀ ਸੰਸਾਰ ਨੂੰ ਚਲਾਉਂਦੀਆਂ ਨੇ।
ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਬਿਲਕੁਲ ਵਿਲੱਖਣਤਾ ਦੇ ਦਿੱਤੀ। ਜਿੱਦਣ ਮਹਾਰਾਜ ਨੇ ਓੰਕਾਰ ਦੇ ਅੱਗੇ ਇੱਕ ਲਾ ਕੇ ਆਖਿਆ ਕਿ ਉਹ ਇੱਕੋ ਹੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ, ਡਿਠੋ ਚਾਓ ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਓ, ਤੂੰ ਜਾਨੋਈ ਸਬਸੇ ਦੇ ਲੈਸੇ ਜਿੰਦ ਕਵਾਓ ਕਰ ਆਸਨ, ਡਿਠੋ ਚਾਓ ਜਿੰਦ ਦੇਣ ਵਾਲਾ, ਜਿੰਦ ਲੈਣ ਵਾਲਾ, ਰਿਜ਼ਕ ਦੇਣ ਵਾਲਾ, ਪੈਦਾ ਕਰਨ ਵਾਲਾ, ਸਭ ਕੁਝ ਹੀ ਤੂੰ ਹੈ, ਤੇਰੇ ਤੋਂ ਇਲਾਵਾ ਹੋਰ ਕੁਝ ਨਹੀਂ। ਅੱਜ ਜੋ ਦਿਹਾੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਰੀ ਸਮਾਂ ਸਤਿਗੁਰ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ। 1532 ਦੇ ਵਿੱਚ ਭਾਈ ਲਹਿਣਾ ਸਤਿਗੁਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ। 7 ਸਾਲ ਉਹਨਾਂ ਨੇ ਸਤਿਗੁਰ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਰਹਿ ਕਰਕੇ ਅਣਥੱਕ ਸੇਵਾ ਕੀਤੀ। ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮ ਦੇ ਘਰ ਦੀ ਪ੍ਰਾਪਤੀ ਹੋ ਗਈ। ਹੁਣ ਵਿਲੱਖਣਤਾ ਸਿੱਖੀ ਵਿੱਚ ਕਿੱਥੇ ਆਈ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੋਂ ਅਜੇ ਗਏ ਨਹੀਂ ਨੇ। ਸਰੀਰ ਕਰਕੇ ਸਤਿਗੁਰੂ ਮਹਾਰਾਜ ਅਜੇ ਮੌਜੂਦ ਨੇ ਤੇ ਆਪਣੀ ਹਯਾਤੀ ਦੇ ਵਿੱਚ ਹੀ ਮਹਾਰਾਜ ਆਪਣਾ ਅਗਲਾ ਵਾਰਿਸ ਗੁਰੂ ਅੰਗਦ ਦੇਵ ਮਹਾਰਾਜ ਨੂੰ ਚੁਣਦੇ ਨੇ। ਔਰ ਅਸੀਂ ਬਚਨ ਪੜ੍ਹਦੇ ਹਾਂ, ਥਾਪਿਆ ਲਹਿਣਾ ਜੀਵਦੇ, ਕਿ ਮਹਾਰਾਜ ਅਜੇ ਜਿਉਂਦੇ ਨੇ, ਸਰੀਰ ਕਰਕੇ ਹਨ। ਔਰ ਆਪਣੀ ਹਯਾਤੀ ਦੇ ਵਿੱਚ ਮਹਾਰਾਜ ਆਪਣਾ ਅਗਲਾ ਉੱਤਰ ਅਧਿਕਾਰੀ ਚੁਣਦੇ ਨੇ। ਔਰ ਸੱਚੇ ਪਾਤਸ਼ਾਹ ਮਹਾਰਾਜ ਵਿਲੱਖਣਤਾ ਕੀ ਕਰਦੇ, ਦੁਨੀਆ ਦੇ ਨਾਲੋਂ ਵਿਲੱਖਣਤਾ, ਕਿ ਦੁਨੀਆ ਦੇ ਵਿੱਚ ਡਾਕਟਰ ਜਿਹੜੇ ਨੇ ਉਹ ਸਾਡੇ ਔਰਗਨ, ਸਾਡੇ ਸਰੀਰ ਦੇ ਅੰਗ, ਇੱਕ ਅੰਗ ਤੋਂ ਦੂਸਰੇ ਨੂੰ ਬਦਲ ਸਕਦੇ ਨੇ। ਕਿਸੇ ਲੋੜ ਪੈ ਜਾਏ, ਕਿਡਨੀ ਦੀ ਲੋੜ ਪਵੇ ਤੇ ਡੋਨਰ ਲੱਭੋ ਤੇ ਉਹਦੀ ਕਿਡਨੀ ਟ੍ਰਾਂਸਪਲਾਂਟ ਕਰ ਸਕਦੇ ਆ। ਹਾਰਟ ਹੋ ਸਕਦਾ ਹੈ, ਅੱਖਾਂ ਹੋ ਸਕਦੀਆਂ ਨੇ, ਲੀਵਰ ਹੋ ਸਕਦਾ ਹੈ। ਸਰੀਰ ਦੇ ਅੰਗ ਤੇ ਇੱਕ ਤੋਂ ਦੂਸਰੇ ਤੱਕ ਬਦਲੇ ਜਾ ਸਕਦੇ, ਪਰ ਇੱਕ ਜੋਤ ਨੂੰ ਦੂਸਰੇ ਦੇ ਵਿੱਚ ਟਿਕਾਉਣਾ, ਇਹ ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ ਹੈ। ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਜੋਤ ਤੇ ਜੁਗਤੀ ਨਹੀਂ ਬਦਲੀ। ਮਹਾਰਾਜ ਨੇ ਨਾ ਜੋਤ ਬਦਲੀ, ਨਾ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਢੰਗ ਤਰੀਕਾ ਬਦਲਿਆ। ਮਹਾਰਾਜ ਕਹਿੰਦੇ ਸਿਰਫ ਕਾਇਆ ਸਰੀਰ ਬਦਲਿਆ। ਇੱਕ ਸਰੀਰ ਪੁਰਾਣਾ ਹੋਇਆ ਤੇ ਨਵਾਂ ਸਰੀਰ ਉਹਦੀ ਥਾਂ ਤੇ ਹਾਜ਼ਰ ਕਰਤਾ। ਗੁਰੂ ਨਾਨਕ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ ਬਚਨ ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਇਤਿਹਾਸਿਕ ਹਵਾਲਾ ਹੈ ਕਿ ਸਤਿਗੁਰੂ ਮਹਾਰਾਜ ਜੀ ਕੀ ਕਰਦੇ ਆ ਕਿ ਆਪਣੇ ਸਰੀਰ ਨੂੰ ਤਿਆਗਣ ਤੋਂ ਪਹਿਲਾਂ, ਪਰਸੋਂ ਕੱਲ ਦੇ ਦਿਨ ਅਸੀਂ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਗੁਰਤਾ ਗੱਦੀ ਦਿਵਸ, ਕਿ ਆਪਣਾ ਸਰੀਰ ਅਜੇ ਤਿਆਗਿਆ ਨਹੀਂ ਹੈ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰੂ ਦੇ ਅੰਦਰ ਸਾਡੇ ਵਾਸਤੇ ਕਿੰਨਾ ਤਰਸ ਹੋਵੇਗਾ ਕਿ ਜਗਤ ਕਿਤੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਇਹ ਗੁਰੂ ਦਾ ਤਰਸ ਹੈ ਸਾਡੇ ਤੇ ਕਿ ਅਸੀਂ ਅਗਿਆਨਤਾ ਕਰਕੇ ਅੰਨੇ ਹੋ ਚੁੱਕੇ ਹਾਂ। ਸੰਸਾਰ ਸਾਨੂੰ ਦਿਸਦਾ ਹੈ, ਪਰਿਵਾਰ ਸਾਨੂੰ ਦਿਸਦਾ ਹੈ, ਕਾਰੋਬਾਰ ਸਾਨੂੰ ਦਿਸਦਾ ਹੈ, ਪਰ ਰੱਬ ਦੇ ਘਰ ਦੇ ਵਿੱਚ ਕਿਵੇਂ ਪਹੁੰਚਣਾ ਹੈ ਇਹ ਸਾਨੂੰ ਕੋਈ ਪਤਾ ਨਹੀਂ। ਮਹਾਰਾਜ ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਪਹਿਲਾਂ ਆਪਣੇ ਸਰੀਰ ਦੇ ਵਿੱਚ ਹੈ, ਗੁਰ ਜੋਤ ਅਰਜਨ ਮਾਹੇ ਧਰੀ। ਹੁਣ ਆਪਣੀ ਜੋਤ ਜਿਹੜੀ ਸੀ ਅਰਜਨ ਦੇਵ ਦੇ ਸਰੀਰ ਵਿੱਚ ਧਾਰਨ ਕਰਾ ਦਿੱਤੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਸੌਂਪਦੇ ਨੇ, ਇਹ ਵਿਲੱਖਣਤਾ ਦੀ ਗੱਲ ਹੈ ਸਾਧ ਸੰਗਤ, ਕਿ ਸਤਿਗੁਰੂ ਮਹਾਰਾਜ ਨੇ ਸਿੱਖੀ ਨੂੰ ਹਰ ਪਾਸੇ ਤੋਂ ਵਿਲੱਖਣ ਰੱਖਿਆ। ਉਹ ਗੱਲ ਵੱਖਰੀ ਆ ਕਿ ਅਸੀਂ ਗੁਰ ਮਰਿਆਦਾ ਨੂੰ ਛੱਡ ਕੇ ਮਨ ਦੀ ਮਰਜ਼ੀ ਪਿੱਛੇ ਚੱਲਦੇ ਹਾਂ। ਜੋ ਸਾਡਾ ਮਨ ਕਹਿੰਦਾ ਹੈ ਅਸੀਂ ਉਹੀ ਕਰਨਾ ਸ਼ੁਰੂ ਕਰ ਦਿੱਤਾ। ਇਹ ਦੋ ਚੀਜ਼ਾਂ ਬੜੀਆਂ ਨੇੜੇ ਰਹਿੰਦੀਆਂ ਨੇ। ਇੱਕ ਮਨ ਦੇ ਉੱਤੇ ਹੈ ਜੀ ਬੁੱਧ। ਅਰਦਾਸ ਕਰਦੇ ਆ ਇਹਨਾਂ ਦੀ ਸਿੱਖਾਂ ਦਾ, ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ, ਅਕਾਲ ਪੁਰਖ ਵਾਹਿਗੁਰੂ। ਹੁਣ ਮਨ ਨੀਵਾਂ ਰੱਖਣਾ ਸੀ ਤੇ ਮਤ ਨੂੰ ਉੱਚਾ ਰੱਖਣਾ ਸੀ। ਹੋਇਆ ਕੀ ਕਿ ਮਤ ਨੂੰ ਨੀਵਾਂ ਕਰ ਲਿਆ ਤੇ ਮਨ ਨੂੰ ਉੱਚਾ ਕਰ ਦਿੱਤਾ, ਜਿੰਦੇ ਕਰਕੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਸੰਸਾਰ ਦੇ ਵਿੱਚ ਰਹਿੰਦੇ ਹਾਂ,
जितने कर्म साडे प्रालब्ध बने, जितने कर्म कीते, ये सारिया कर्मां ने सानू दुखी किया। मन दे उपर हमेशा बुद्ध है, ते बुद्ध दे उत्ते दो चीज़ां इंसान रखदा, जां दुर रखदा है ते जां गुर रखदा है। बेनती समझियो, मन दे उत्ते बुद्ध, ते बुद्ध दे उत्ते जां दुर है ते जां गुर है। जे बुद्ध दे उत्ते दुर है तां वो दुरमत बनेगी ते वो कदी भी लेव जुड़न नहीं देगी। जे मन दे उत्ते बुद्ध ते बुद्ध दे उत्ते गुर आके बैठिया ते फिर सच करके जानो वो गुरमत बनेगी ते गुरमत कदी भी गुरु तो टुटन नहीं देवेगी। सतगुरु महाराज रामदास गुरु जग तारन को गुर जोत अर्जन माहे तरी, ते गुरु हरगोबिंद साहब महाराज जिस दिन गुरता गद्दी ते बैठते, ये विलखणता पंज प्याले पंज पीर छठम पीर बैठा गुर भारी। अर्जन काया पलट के, हुण इत्थे भी काया शरीर है, केवल शरीर पलटिया, अर्जुन काया पलट के मूरत हर गोबिंद सवारी। सतगुरु सच्चे पातशाह महाराज जी ने धन गुरु अर्जन देव महाराज, जिन्हां नूं गुरु अमरदास महाराज जी दियां असीसां सी के दोहता बानी का बोह था। सतगुरु सच्चे पातशाह महाराज जी ने भावना देखी। महाराज ने देखिया भांडा इन्ना क तैयार हो गया कि गुरु नानक दे नाम रूपी वस्त हुण इहदे विच टिक जावेगी। सतगुरु महाराज जी ने गुरता गद्दी का फैसला किया। गुरु रामदास महाराज गुरता गद्दी देना चाहुंदे आ ते वड्डा पुत्र बाबा पिरथी चंद इस गल का विरोध करता पिया है कि मैं वड्डा हाँ, हक मेरा बनता है, अर्जन नूं की आउंदा है। बानी गुरु ग्रंथ साहिब दी जरूर पढ़िया करो। श्री अकाल तख्त साहिब दी जिहड़ी मर्यादा असीं पढ़दे हाँ, प्रसारदे हाँ, उहदे विच एक गल स्पष्ट लिखी आ कि हर सिख जिहड़ा है उहदी जिंदगी विच सहज पाठ निरंतर चलदा रहे। जिन्नी देर साडे सुवास ने उन्नी देर बानी पढ़ते रहो। सच्चे पातशाह महाराज जी का यह हुक्म आ। ते हुण जिहड़े बानी पढ़ते उन्हां नूं इस गल का पता है कि गुरु रामदास महाराज कहंदे ने इस दुनिया विच सब तो वड्डा पाप पता की है। महाराज ने जिहड़ा अपने पुत्र नूं कहा सी, कहन लगे पिरथी चंद काहे पूत झगरत हो संग बाप, जिनके जने बडीरे तुम हो तिन स्यों झगरत पाप। कि जिसने तेनू पैदा किया, जिसने तेनू वड्डा किया, जेकर तू उन्हां माता पिता दे नाल झगड़दा पिया है, इस तो वड्डा पाप संसार ते होर कोई नहीं आ। सतगुरु महाराज कहंदे जिनके जने बडीरे तुम हो तिन स्यों झगड़त पाप। ते पिरथी चंद आखदा है, कहन लगा सतगुरु पिता जी तुसी अर्जन देव नूं गुरता गद्दी दे रहे हो, पर अर्जन देव दे कोल धन कोई नहीं, पैसा कोई नहीं, सारा कुछ मेरे कोल है। ते महाराज कहंदे जिस धन का तुम गर्भ करत हो सो धन किसी ना आप। जिस धन का तू हंकार करके बैठा, पिरथी चंदा सच करके जानी ये धन तेरे काम नहीं होना। महाराज ने गुरता गद्दी दिती। पिरथी चंद ने पग खो के चले गया। सतगुरु महाराज ने दूसरी पग मंगाई। बाबा बुढ़ा साहब जी ने गुरता की रस्म अदा की। सतगुरु महाराज फिर उस दिन अमृतसर तो चल के ते गोइंदवाल साहब चले गए। गुरु अर्जन देव महाराज नाल जाते ने ते सतगुरु महाराज गोइंदवाल साहब की धरती के उत्ते महाराज सच्चे पातशाह ने अंतिम समा गुजारिया। गुरु रामदास महाराज ज्योति जोत गोइंदवाल साहब समाउंदे ने। जिधर महाराज अज का दिन सन 1581 गुरु रामदास महाराज ज्योति जोत समाउंदे ते पिरथी चंद ये गल प्रचारनी शुरू कर दी कि गुरु अर्जन देव जी ने पिता जी नूं जहर दे दिता, जिंदे करके गुरु रामदास चढ़ाई कर गए। पर सतगुरु महाराज जी की बानी पढ़ो। बानी दे विच भट्ट साहिबान ने बुलंद वांग ये गल कही, देवपुरी में गयो आप परमेश्वर पायो, हर सिंगासन दियो श्री गुरु तह बैठायो, रहस कियो सुर देव तोहें जस जय जय जंपे, असुर गए ते पाप ता पाप तिन भीतर कंपे, असुर गए तिन भाग। कहन लगे जिन्हां ने गुरु रामदास महाराज का नाम लै लिया, एक बारी कह दिता ना कि धन गुरु रामदास महाराज, उन्हां दे अंदरले पाप अंदरों छड्ड के दौड़ जाते हैं। पाप तिन भीतर कंपे,
काटे सो पाप तिन नरों के, गुरु रामदास जिन पायो, छत्र सिंहासन पिरथ में गुरु अर्जन को दे आयो, देवपुरी में गयो आप परमेश्वर पायो। महाराज अपनी मर्जी दे नाल गए, किसी दे भेजिया सच करके जानो, गुरु मरदा ही कदी नहीं आ, गुरु सदीवी है, गुरु जोत स्वरूप है, गुरु प्रकाश है, गुरु शक्ति स्वरूप है। गुरु नू केड़ा है जिहड़ा गुरु नू मार सकदा होवे। सतगुरु महाराज सच्चे पातशाह जी ने जिहड़ा जगत दे उदाहरण दे वास्ते धन गुरु रामदास जी ने तरस करके गुरु अर्जन देव महाराज जी नू अगला गुरु थापिया, ये अज दा इतिहासिक दिहाड़ा। दूसरा, धन गुरु गोबिंद सिंह महाराज पातशाह खिदराने की आखिरी जंग की। महाराज ने दमदमा साहब विखे जाके तलवंडी साबो की तलवंडी साबो, सिख का नाम उनके नाम ते तलवंडी वसी। उस तलवंडी दे विच महाराज ने जाके कमर कसा खोलिया, दम लिया, साह लिया, ते साह लैन नूं कहंदे ने दम लैना, ते उत्थे अस्थान है जी दमदमा साहिब। सिखां ने बेनती की, महाराज गुरबानी के अर्थ पढ़ाओ। सच्चे पातशाह महाराज ने सिखां नूं भेजिया। सिख करतारपुर साहिब जिहड़ा जलंधर दे कोल करतारपुर है दुआबे दे विच, इत्थे धीर मलीए ने, ते इन्हां दे कोल हुण भी तुसीं हुण भी किते जाओ ना, वो विसाखी ते दिखाउंदे ने जिहड़ा ग्रंथ धन गुरु अर्जन देव महाराज ने भाई गुरदास जी तो लिखाया, अज भी इन्हां दे कोल है। ते सतगुरु महाराज ने मंगवाया। तीर मलिया ने अगों कह दिता सी, कहन लगे जे वो गुरु है ना, बानी ये गल आखदी है, जैसी में आवे खसम की बानी तैसड़ा। उन्होंने स्वरूप नहीं दिता, हंकार किया, गुरु दे उत्ते शक किया। हुण देखो स्वरूप उस वेले होर भी ने। भाई बन्नों की बीड़ है जिन्हां ने गुरु अर्जन देव जी के समय ते उतारा किया, ते अज भी वो कानपुर दे विच मौजूद है। एक डल्ले नगर दे विच बीड़ मौजूद है जिहड़ी गुरु हरगोबिंद साहब ने उतारा करवाया सी। एक बीड़ जिहड़ी है वो सुर संघ दे विच मौजूद है, बाबा बिधि चंद साहब ने उतारा किया सी। गल बीड़ दी नहीं सी कि कितों होर मंगा के लिखा लैन, गल सी कि गुरु ते अज शंका किया जा रहा है कि गुरु समर्थ है, गुरु बाणी लिखा सकता है। धन गुरु गोबिंद सिंह महाराज ने जिथे लिखन सर तलवंडी साबो तख्त दे बिल्कुल अगे गुरुद्वारा है जी, लिखन सर अज भी लोग उत्थे जाके ना उत्थे मुहार नहीं लिख के आउंदे ने, ऊड़ा एड़ा लिख के आउंदे ने। वो इस करके लिखते हैं कि महाराज तेरे चरनां च असीं लिख के चले हाँ, सानू तू विद्या की दात बख्शी। उत्थे महाराज जी ने भाई मनी सिंह साहिब जी तो गुरु ग्रंथ साहिब महाराज जी की संपादना कराउंदियां धन गुरु तेग बहादुर महाराज जी के 59 शब्द 57 श्लोक धन गुरु ग्रंथ साहिब महाराज विच दर्ज कराए। एक ओंकार तो लै करके 18 10 20 तक सतगुरु महाराज ने समुची बाणी अपने कंठ तो उचारण की। देखो कली गुरु बाणी नहीं, भगतां दी बाणी, भट्टां दी बाणी, गुरसिखां दी बाणी, क्योंकि गुरु ग्रंथ साहिब महाराज विच हुण जिहड़ा मौजूदा स्वरूप इहदे विच 6 गुरु साहिबानां दी बाणी है, 15 भगतां दी बाणी है, 11 भट्टां दी बाणी है, 4 गुरसिखां दी बाणी, ते सारी बाणी गुरु गोबिंद सिंह महाराज मुख तो उचारदे पए ने। भाई मनी सिंह साहब जी लिखते पे ने, बाबा दीप सिंह साहब जी शाही कलम ते कागज़ का प्रबंध करके रखते ने। सतगुरु महाराज ने फिर अज दे दिन प्रकाश करके तलवंडी साबो के उस तख्त के अस्थान ते प्रकाश किया। भाई मनी सिंह साहब ताबिया बैठे, पहले ग्रंथी बाबा बुढ़ा साहब जी ताबिया बैठ के हुक्मनामा लिया, सूही महला 5वां, संतां के कारज आप खलोया, हर काम करावन आया राम। ते दूसरा हुक्मनामा भाई मनी सिंह साहब ने ताबिया विच बैठ के लिया, टोडी महला 5वां, सतगुर आयो सरन तुहारी, मिले सूख नाम हर सोबा, चिंता लाहे हमारी, अवर न सूझे दूजी ठाहर, हार परियों तो द्वारी, लेखा छोड़ अलेखे छूटे, हम निर्गुण लेख उबारी, सद बख्शिंद सदा मेहरबाना, सबना दे आधारी, नानक दास संत पाछे परियो, राख लिहो ए बारी। ए अज दे इतिहासिक दिहाड़े ते हुक्मनामा आया, ते जिदन गुरु गोबिंद सिंह महाराज ने
ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਉਦਨ ਮਹਾਰਾਜ ਆਪ ਤਾਬਿਆਂ ਤੇ ਬੈਠੇ ਔਰ ਹੁਕਮਨਾਮਾ ਸਤਿਗੁਰੂ ਜੀ ਨੇ ਲਿਆ। ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਸੀ, ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਹ ਹੁਕਮਨਾਮਾ ਆਇਆ ਤੇ ਮਹਾਰਾਜ ਨੇ ਇਹ ਗੱਲ ਆਖ ਦਿੱਤੀ ਕਿ ਮੇਰਾ ਸਰੂਪ, ਮੇਰੀ ਆਤਮਾ ਜਿਹੜੀ ਹੈ ਉਹ ਗ੍ਰੰਥ ਦੇ ਵਿੱਚ ਹੈ, ਮੇਰਾ ਸਰੀਰ ਜਿਹੜਾ ਹੈ ਉਹ ਪੰਥ ਦੇ ਵਿੱਚ ਹੈ। ਮਮ ਆਗਿਆ ਸਭ ਹੀ ਸੁਨੋ, ਸਤ ਬਚਨ ਨਿਰਤਾਰ, ਗ੍ਰੰਥ ਗੁਰੂ ਮਮ ਜਾਣਿਓ, ਸਤ ਬਚਨ ਨਿਰਤਾਰ। ਸਿੱਖ ਆਖਦੇ ਨੇ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਹੋਵਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਕੜਾ ਪ੍ਰਸ਼ਾਦ ਦੀ ਦੇਗ ਕਰਿਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਨੀ, 3 ਪ੍ਰਕਰਮਾਂ ਗੁਰੂ ਗ੍ਰੰਥ ਸਾਹਿਬ ਦੀਆਂ ਕਰਨੀਆਂ। ਤਾਬਿਆਂ ਵਿੱਚ ਬੈਠ ਕੇ ਹੁਕਮਨਾਮਾ ਲਿਓ। ਹੁਕਮਨਾਮਾ ਲੈਂਦਿਆਂ ਗੁਰੂ ਗ੍ਰੰਥ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਜੋ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ, ਆਪ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ। ਜੋ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਹਦੇ ਅਖਰੀ ਅਰਥ ਸਰਵਨ ਕਰੀਏ। ਪਿਆਰ ਸਤਿਕਾਰ ਸਹਿਤ ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਰਸਨਾ ਕਰੋ ਪਵਿੱਤਰ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਤਨਾਸਰੀ ਮਹੱਲਾ ਚੌਥਾ। ਤਨਾਸਰੀ ਰਾਗ ਹੈ ਤੇ ਮਹੱਲੇ ਚੌਥੇ ਤੋਂ ਭਾਵ ਹੈ ਕਿ ਇਸ ਸ਼ਬਦ ਦੇ ਉਚਾਰਨ ਕਰਨ ਵਾਲੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਹਨ। ਹਮ ਅੰਦੋਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲਹਿ ਗੁਰ ਚਾਲੀ। ਸਤਿਗੁਰ ਮਹਾਰਾਜ ਹੁਣ ਇੱਥੇ ਸਾਨੂੰ ਇੱਕ ਅਰਦਾਸ ਕਰਨੀ ਸਿਖਾਉਂਦੇ ਨੇ ਕਿ ਮਨਾ ਤੂੰ ਬੜੇ ਦਾਅਵੇ ਕਰਦਾ ਹੈ ਕਿ ਮੈਂ ਬਹੁਤ ਸਿਆਣਾ ਹਾਂ, ਮੈਨੂੰ ਬਹੁਤ ਸਮਝ ਹੈ, ਮੇਰੇ ਵਰਗਾ ਦੂਰ ਅੰਦੇਸ਼ ਕੋਈ ਨਹੀਂ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੱਚ ਕਰਕੇ ਜਾਣੀ, ਤੈਨੂੰ ਸੰਸਾਰ ਦੀ ਤਾਂ ਸਮਝ ਹੈ, ਨਿਰੰਕਾਰ ਦੀ ਸਮਝ ਕੋਈ ਨਹੀਂ ਆ। ਤੈਨੂੰ ਕਾਮ ਦੀ ਤਾਂ ਸਮਝ ਹੈ, ਤੈਨੂੰ ਰਾਮ ਦੀ ਕੋਈ ਸਮਝ ਨਹੀਂ। ਸੰਸਾਰ ਦੇ ਵੱਲ ਤੇਰੀਆਂ ਅੱਖਾਂ ਤੇ ਹੈਨ, ਤੇਰੀਆਂ ਅੱਖਾਂ ਦੇ ਵਿੱਚ ਨਿਰੰਕਾਰ ਨੂੰ ਵੇਖਣ ਦੀ ਤਾਕਤ ਕੋਈ ਨਹੀਂ। ਬਾਣੀ ਦੇ ਵਿੱਚ ਅੰਨਾ ਸ਼ਬਦ ਵਰਤਿਆ ਗਿਆ ਤੇ ਮਹਾਰਾਜ ਕਹਿੰਦੇ ਨੇ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾਹੇ। ਅਸੀਂ ਸੰਸਾਰ ਵਿੱਚ ਦੇਖਦੇ ਆ ਨਾ ਕਿ ਜਿਹਨੂੰ ਦਿਸਦਾ ਨਾ ਹੋਵੇ, ਬਲਾਈਂਡ ਹੋਵੇ, ਅਸੀਂ ਕਹਿੰਦੇ ਹਾਂ ਜੀ ਅੰਨਾ ਹੈ। ਮਹਾਰਾਜ ਕਹਿੰਦੇ ਨਹੀਂ, ਉਹ ਅੰਨਾ ਨਹੀਂ ਹੈ। ਅੰਨੇ ਸਈ ਨਾਨਕਾ ਖਸਮੋ ਕੁੱਥੇ ਜਾਹੇ। ਜਿਹੜੇ ਰੱਬ ਦਾ ਦਰ ਭੁੱਲ ਚੁੱਕੇ ਨੇ, ਜਿਨ੍ਹਾਂ ਦੇ ਅੱਖਾਂ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ, ਦੀਦਾਰ ਦੀ ਭੁੱਖ ਨਹੀਂ, ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅੰਨੇ ਹਨ। ਇਹ ਨੇਤਰੋ ਮੇਰੇ ਹੋ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮਹਾਰਾਜ ਕਹਿੰਦੇ ਅੱਖਾਂ ਹੁੰਦੀਆਂ ਤੇ ਤੈਨੂੰ ਸੰਸਾਰ ਨਹੀਂ ਸੀ ਦਿਸਣਾ, ਤੈਨੂੰ ਲਾਗੇ ਬੈਠਾ ਕੋਈ ਗਰੀਬ ਅਮੀਰ ਨਹੀਂ ਸੀ ਦਿਸਣਾ, ਤੈਨੂੰ ਗਵਾਂਢੀ ਦੁਸ਼ਮਣ ਨਹੀਂ ਸੀ ਦਿਖਾਈ ਦੇਣਾ, ਤੈਨੂੰ ਸਾਰੇ ਪਾਸੇ ਨਿਰੰਕਾਰ ਦਿਸਦਾ। ਹਮ ਅੰਧਲੇ ਅੰਧ ਬਿਖੇ ਬਿਖਰਾਤੇ। ਅੰਧ ਦੋ ਤਰ੍ਹਾਂ ਦੇ ਅੰਨੇ ਅਸੀਂ ਕਈ ਵਾਰੀ ਦੇਖਦੇ ਸੰਸਾਰ 'ਚ ਅੰਧੇ ਮਨੁੱਖ। ਇੱਕ ਤਾਂ ਉਹ ਹੁੰਦੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਪਰਛਾਵਾਂ ਜੇ ਦਿਸ ਪੈਂਦਾ, ਮਾੜਾ ਮੋਟਾ ਦਿਸੇਗਾ, ਉਹ ਕਹਿਣਗੇ ਜੀ ਪੂਰਾ ਪਤਾ ਨਹੀਂ ਲੱਗਦਾ, ਪਰ ਪਰਛਾਵੇਂ ਦੇ ਨਾਲ ਸਮਝ ਆ ਜਾਂਦੀ ਹੈ ਕਿ ਅੱਗੇ ਕੋਈ ਆਇਆ ਹੈ ਕਿ ਨਹੀਂ ਆਇਆ। ਦੂਸਰਾ ਹੈ ਅੰਧ ਕੁੱਪ ਹਨੇਰਾ, ਜਿਹਨੂੰ ਬਿਲਕੁਲ ਕੁਝ ਨਾ ਦਿਖਾਈ ਦਿੰਦਾ ਹੋਵੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਨਹੀਂ ਟਿਕਿਆ, ਜਿਨ੍ਹਾਂ ਦੇ ਕੰਨਾਂ ਦੇ ਵਿੱਚ ਸ਼ਬਦ ਸੁਣਾਈ ਨਹੀਂ ਦਿੰਦਾ, ਜਿਨ੍ਹਾਂ ਦੀਆਂ ਅੱਖਾਂ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ, ਮਹਾਰਾਜ ਕਹਿੰਦੇ ਨੇ ਉਹ ਅੰਨੇ ਹਨ ਤੇ ਉਹ ਬੋਲੇ ਵੀ ਨੇ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਕਹਿੰਦੇ ਫਿਰ ਦੱਸੋ ਉਹਨਾਂ ਨੇ ਸੰਸਾਰ ਤੇ ਆ ਕੇ ਕੀ ਕੀਤਾ? ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਦੇਖੋ ਇਨਸਾਨ ਇਸ ਕਰਕੇ ਉਹਨੂੰ ਬਿਹਤਰ ਕਿਹਾ ਗਿਆ,
ਹਾਲਾਂਕਿ ਇਨਸਾਨੀਅਤ ਤੋਂ ਵੱਧ ਕੇ ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ ਰੱਬ ਨੇ ਬਹੁਤ ਕੁਝ ਬਣਾਇਆ। ਅਸੀਂ ਘੋੜਿਆਂ ਵਾਂਗੂ ਦੌੜ ਨਹੀਂ ਸਕਦੇ, ਅਸੀਂ ਪੰਛੀਆਂ ਵਾਂਗੂ ਉੱਡ ਨਹੀਂ ਸਕਦੇ, ਹਾਥੀ ਜਿੰਨੀ ਤਾਕਤ ਸਾਡੇ ਸਰੀਰ ਦੇ ਵਿੱਚ ਨਹੀਂ, ਸ਼ੇਰ ਵਰਗਾ ਜਿਗਰਾ ਸਾਡੇ ਕੋਲ ਨਹੀਂ, ਮਗਰਮੱਛ ਦੇ 72 ਵਾਰੀ ਦੰਦ ਟੁੱਟ ਕੇ ਦੁਬਾਰਾ ਉੱਗ ਖਲੋਂਦੇ ਨੇ, ਸਾਡੇ ਤਾਂ ਇੱਕ ਵਾਰੀ ਚਲੇ ਜਾਂਦੇ ਆ ਤੇ ਦੁਬਾਰਾ ਆਰਟੀਫਿਸ਼ਲ ਤਾਂ ਲਾ ਸਕਦੇ ਆ, ਦੁਬਾਰਾ ਉੱਗਦੇ ਕਦੀ ਨਹੀਂ ਆ। ਇਨਸਾਨ ਕਿਉਂ ਬਿਹਤਰ ਹੈ? ਇਨਸਾਨ ਇਸ ਕਰਕੇ ਬਿਹਤਰ ਆ ਕਿ ਤੈਨੂੰ ਰੱਬ ਨੇ ਮਨ ਦਿੱਤਾ, ਤੈਨੂੰ ਰੱਬ ਨੇ ਬੁੱਧੀ ਦਿੱਤੀ, ਤੂੰ ਆਪਣੇ ਮਨ ਤੇ ਬੁੱਧੀ ਦੇ ਇਸਤੇਮਾਲ ਕਰਕੇ ਆਪਣੇ ਕੀਤੇ ਹੋਏ ਕਰਮਾਂ ਦਾ ਲੇਖਾ ਨਿਬੇੜ ਕੇ ਸਦਾ ਵਾਸਤੇ ਇਹ ਜਿਹੜਾ ਚੱਕਰ ਚੱਲਦਾ ਪਿਆ ਹੈ, ਇਸ ਚੱਕਰ ਤੋਂ ਤੂੰ ਨਿਕਲ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਏ ਨੇ, ਹਮ ਅੰਧੁਲੇ ਅੰਧ ਵਿਖੇ ਬਿਖਰਾਤੇ। ਹੁਣ ਵਿਖੇ ਬਿਖਰਾਤੇ ਦੇ ਅਰਥ ਬਣਦੇ ਨੇ ਕਿ ਮਾਇਕ ਆਦਿਕ ਪਦਾਰਥ। ਦੁਨੀਆ ਦੇ ਵਿੱਚ ਅਸੀਂ ਜੋ ਪਦਾਰਥ, ਵੈਸੇ ਸਤਿਗੁਰੂ ਮਹਾਰਾਜ ਮਾਇਆ ਕੱਲੇ ਪੈਸੇ ਨੂੰ ਨਹੀਂ ਆਖਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮਹਾਰਾਜ ਕਹਿੰਦੇ ਮਾਇਆ ਉਹਨੂੰ ਕਹੀਦਾ ਏ ਜਿੰਦੇ ਕਰਕੇ ਰੱਬ ਭੁੱਲਦਾ ਹੋਵੇ, ਤੇ ਜਿੰਦੇ ਕਰਕੇ ਰੱਬ ਭੁੱਲ ਜਾਏ, ਉਹ ਹਰ ਇੱਕ ਵਸਤੂ ਮਾਇਆ ਹੈ, ਹਰ ਇੱਕ ਵਸਤੂ। ਪਰ ਜਿਸ ਦੇ ਕਰਕੇ ਰੱਬ ਚੇਤੇ ਆ ਜੇ, ਮਹਾਰਾਜ ਕਹਿੰਦੇ ਉਹ ਧਰਮ ਹੈ। ਪੁੱਤਰ ਦੇ ਕਰਕੇ ਰੱਬ ਭੁੱਲ ਗਿਆ, ਮਹਾਰਾਜ ਕਹਿੰਦੇ ਪੁੱਤਰ ਮਾਇਆ। ਪਰਿਵਾਰ ਦੇ ਕਰਕੇ ਰੱਬ ਭੁੱਲ ਗਿਆ, ਪਰਿਵਾਰ ਮਾਇਆ। ਧਨ ਦੇ ਕਰਕੇ, ਗੱਡੀਆਂ ਦੇ ਕਰਕੇ, ਕਾਰੋਬਾਰ ਦੇ ਕਰਕੇ ਜੇਕਰ ਰੱਬ ਭੁੱਲਦਾ ਪਿਆ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਮਾਇਆ। ਪਰ ਜੇਕਰ ਪੁੱਤਰ ਨੂੰ ਵੇਖ ਕੇ ਰੱਬ ਚੇਤੇ ਆਉਂਦਾ ਪਿਆ ਹੈ ਤੇ ਇਹ ਧਰਮ ਹੈ। ਕਿਉਂਕਿ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਦੇਖੋ, ਪੁੱਤਰ ਹੇਤ ਨਾਰਾਇਣ ਕਹਿਓ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹਿ ਨਿਸਤਾਰਾ। ਉਹਨੇ ਪੁੱਤਰ ਨੂੰ ਨਾਰਾਇਣ ਕਰਕੇ ਆਵਾਜ਼ ਮਾਰੀ ਤੇ ਉਹਦਾ ਨਿਸਤਾਰਾ ਹੋ ਗਿਆ। ਪੁੱਤਰ ਫਿਰ ਧਰਮ ਬਣਿਆ ਕਿ ਮਾਇਆ ਬਣਿਆ? ਜੇ ਤਾਂ ਪੁੱਤ ਕਰਕੇ ਰੱਬ ਭੁੱਲ ਗਿਆ, ਪੁੱਤ ਮਾਇਆ, ਤੇ ਜੇ ਅਜਾ ਮਲ ਵਾਂਗੂ ਪੁੱਤ ਕਰਕੇ ਰੱਬ ਚੇਤੇ ਆ ਗਿਆ ਤੇ ਇਸ ਤੋਂ ਵੱਡਾ ਧਰਮ ਹੋਰ ਕੋਈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪੁੱਤਰ ਮਿਲਿਆ, ਪਰਿਵਾਰ ਮਿਲਿਆ, ਧਨ ਦੌਲਤ ਮਿਲੀ, ਜੇ ਮਨ ਦੇ ਵਿੱਚ ਸ਼ੁਕਰਾਨਾ ਬਣ ਗਿਆ ਕਿ ਸੱਚੇ ਪਾਤਸ਼ਾਹ ਮਹਾਰਾਜ, ਘਰ ਨੂੰ ਵੇਖ ਕੇ ਸ਼ੁਕਰਾਨਾ ਰੱਬ ਚੇਤੇ ਆਉਂਦਾ ਕਿ ਮਹਾਰਾਜ ਜੇ ਤੂੰ ਨਾ ਦਿੰਦਾ ਤੇ ਅਸੀਂ ਰੁਲਦੇ ਫਿਰਦੇ, ਜੇ ਸੱਚੇ ਪਾਤਸ਼ਾਹ ਮਹਾਰਾਜ ਤੂੰ ਪਰਿਵਾਰ ਨਾ ਦਿੰਦਾ ਤੇ ਅਸੀਂ ਕਿਸ ਜੋਗੇ ਰਹਿੰਦੇ। ਫਿਰ ਉਹ ਹਰ ਚੀਜ਼ ਸ਼ੁਕਰਾਨਾ ਬਣੇਗੀ ਤੇ ਹਰ ਚੀਜ਼ ਵਿੱਚੋਂ ਗੁਰੂ ਦੀ ਯਾਦ ਆਵੇਗੀ। ਪਰ ਜੇਕਰ ਘਰ ਨੂੰ ਵੇਖ ਕੇ ਰੱਬ ਭੁੱਲਦਾ ਪਿਆ ਤੇ ਮਹਾਰਾਜ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮੋਹ ਪੈਦਾ ਹੋ ਗਿਆ, ਮੇਰੀ ਮੇਰੀ ਪੈਦਾ ਹੋ ਗਈ। ਇਹ ਘਰ ਮੇਰਾ, ਪਰਿਵਾਰ ਮੇਰਾ, ਦੌਲਤ ਮੇਰੀ, ਕਾਰੋਬਾਰ ਮੇਰਾ, ਹਰ ਚੀਜ਼ 'ਚ ਮੋਹ ਪੈਦਾ ਹੋਇਆ ਤੇ ਉਹਨੇ ਮਾਇਆ ਪੈਦਾ ਕਰ ਦਿੱਤੀ। ਮਹਾਰਾਜ ਕਹਿੰਦੇ ਹਮ ਅੰਧਲੇ ਅੰਧ ਵਿਖੇ ਬਿਖਰਾਤੇ। ਰਾਤੇ ਦਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਰੰਗਿਆ ਹੋਇਆ, ਇਹਦੇ ਅਰਥ ਬਣਦੇ ਨੇ ਰੰਗਿਆ, ਨਸ਼ੇ ਦੇ ਵਿੱਚ। ਬੋਲ ਨਾ ਜਾਣੇ ਮਾਇਆ ਮਦ ਮਾਤਾ। ਮਾਤੇ ਦਾ ਅਰਥ ਹੁੰਦਾ ਹੈ ਕਿ ਉਸ ਦੇ ਨਸ਼ੇ ਵਿੱਚ ਚੂਰ ਹੋ ਜਾਣਾ। ਤੇ ਇੱਥੇ ਮਹਾਰਾਜ ਕਹਿੰਦੇ ਨੇ ਰਾਤੇ ਵਿਖੇ ਦੀ ਪਾਹ ਚੜੀ ਹੋਈ ਹੈ ਤੈਨੂੰ, ਤੇਰੀਆਂ ਅੱਖਾਂ ਦੇ ਉੱਤੇ ਮੇਰੀ ਮੇਰੀ ਦੀ ਪੱਟੀ ਵੱਜੀ ਹੋਈ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿਉਂ ਚਾਲੇ ਗੁਰ ਚਾਲੀ। ਹੁਣ ਇੱਥੇ ਕਿਉਂ ਸ਼ਬਦ ਹੈ, ਕਿਉਂ ਨਹੀਂ, ਕਿਉਂ ਹੁੰਦਾ ਕਾਹਦੇ ਵਾਸਤੇ? ਕਿਉਂ ਹੈ ਕਿ ਕਿਸ ਤਰ੍ਹਾਂ ਤੁਰੀਏ। ਇੱਕ ਤਾਂ ਸਾਨੂੰ ਦਿਸਦਾ ਕੋਈ ਨਹੀਂ, ਇੱਕ ਹੈ ਹਨੇਰਾ, ਸਾਡੇ ਕੋਲ ਸਹਾਰਾ ਵੀ ਕੋਈ ਨਹੀਂ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਅੰਨਾ ਬੰਦਾ ਤਾਂ ਤੁਰੇਗਾ ਜਾਂ ਉਹਦੇ ਕੋਲ ਕੋਈ ਲੱਕੜੀ ਸੋਟੀ ਹੋਵੇ ਤੇ ਜਾਂ ਕੋਈ ਉਹਦਾ ਹੱਥ ਫੜ ਕੇ ਤੁਰੇ। ਹੱਥ ਫੜਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਦਵਾਰ। ਹੱਥ ਤੇ ਮਹਾਰਾਜ ਫੜ ਲੈਂਦੇ ਨੇ ਪਰ ਅਸੀਂ ਫੜਾਉਣਾ ਨਹੀਂ ਚਾਹੁੰਦੇ। ਮਹਾਰਾਜ ਕਹਿੰਦੇ ਨੇ ਦੱਸੋ ਹੁਣ ਮਹਾਰਾਜ ਜੀ। ਗੁਰੂ ਰਾਮਦਾਸ ਆਖਦੇ ਨੇ ਕਿਉਂ ਚਾਲੇ ਗੁਰ ਚਾਲੀ। ਹੁਣ ਤੁਰੀਏ ਕਿਵੇਂ? ਇੱਕ ਤਾਂ ਹੈ ਅੰਨੇ, ਇੱਕ ਹੈ ਹਨੇਰਾ, ਇੱਕ ਅੱਖਾਂ ਦੇ ਉੱਤੇ ਮਾਇਆ ਦੀ ਪੱਟੀ। ਦੱਸੋ ਫਿਰ ਤੁਹਾਡੇ ਦੱਸੇ ਮਾਰਗ ਦੇ ਅਸੀਂ ਪਾਂਧੀ ਕਿਵੇਂ ਬਣੀਏ? ਅੱਗੇ ਮਹਾਰਾਜ ਆਖਦੇ ਨੇ ਸਤਿਗੁਰ ਦਇਆ ਕਰੇ ਸੁਖ ਦਾਤਾ। ਗੁਰੂ ਦਇਆ ਕਰਦਾ ਹੈ। ਗੁਰੂ ਦੇ ਕੋਲ ਕੋਈ ਵੀ ਆ ਜਾਂਦਾ ਹੈ ਨਾ,
ਗੁਰੂ ਦਾ ਸੁਭਾਅ ਇਦਾਂ ਦਾ ਹੁੰਦਾ ਕਿ ਉਹਦੇ ਵਿੱਚ ਤਰਸ ਦੀ ਭਾਵਨਾ ਕੋਈ ਆ ਜੇ। ਇੱਥੋਂ ਤੱਕ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਸੱਜਣ ਠੱਗ ਨੇ ਮੇਰੇ ਕੋਲ ਕਦੀ ਨਹੀਂ ਆਉਣਾ, ਮੈਨੂੰ ਸੱਜਣ ਕੋਲ ਜਾਣਾ ਪੈਣਾ ਹੈ। ਮਹਾਰਾਜ ਗੁਰੂ ਨਾਨਕ ਦੇਵ ਸੱਜਣ ਦੇ ਕੋਲ ਆਪ ਗਏ। ਔਰ ਬਾਣੀ 'ਚ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਸਤਿਗੁਰੂ ਮਹਾਰਾਜ ਆਖਦੇ ਕਿ ਕੱਲਾ ਵੇਖਣ ਦੇ ਨਾਲ ਮੁਕਤੀ ਨਹੀਂ, ਜਿੰਨੀ ਦੇਰ ਤੱਕ ਵਿਚਾਰੇਗਾ ਨਹੀਂ। ਗੁਰੂ ਨਾਨਕ ਦੇਵ ਸੱਜਣ ਦੇ ਕੋਲ ਗਏ ਤੇ ਸੱਜਣ ਸਵੇਰ ਤੋਂ ਹੀ ਸਤਿਗੁਰੂ ਮਹਾਰਾਜ ਨੂੰ ਦੇਖਦਾ ਪਿਆ ਹੈ, ਪਰ ਮਨ ਦੇ ਵਿੱਚ ਬਦਲਾਅ ਕੋਈ ਨਹੀਂ ਆਇਆ ਕਿ ਮੈਂ ਬਦਲ ਜਾਵਾਂ। ਮਨ ਦੇ ਵਿੱਚ ਤੇ ਇਹੀ ਸੋਚਦਾ ਹੈ ਕਿ ਇਹ ਸੌਵੇਂ ਮੈਨੂੰ ਕਤਲ ਕਰਾਂ ਤੇ ਜਿੰਨਾ ਧਨ ਹੈ ਮੈਂ ਆਪਣੇ ਕੋਲ ਰੱਖ ਲਵਾਂ, ਡਿੱਠੇ ਮੁਕਤ ਨਾ ਹੋਵੇ। ਕੱਲਾ ਵੇਖਣ ਨਾਲ ਮੁਕਤੀ ਨਹੀਂ। ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਤਰਸ ਕੀਤਾ, ਦਇਆ ਦੀ ਭਾਵਨਾ, ਸਤਿਗੁਰ ਦਇਆ ਕਰੇ ਸੁਖ ਦਾਤਾ, ਉਹ ਸੁੱਖਾਂ ਦਾ ਦਾਤਾ ਹੈ। ਤੇ ਜਦੋਂ ਉਹ ਦਇਆ ਕਰ ਦਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਔਗਣ ਨਹੀਂ ਉਹ ਦੇਖਦਾ, ਉਹ ਮਾਇਆ ਦੀ ਚੜੀ ਪਾ ਨਹੀਂ ਦੇਖਦਾ, ਉਹ ਇਹ ਨਹੀਂ ਦੇਖਦਾ ਕਿ ਇਹਦਾ ਜੀਵਨ ਕਿੰਨਾ ਕੁ ਮਲੀਨ ਹੋ ਚੁੱਕਿਆ ਸੀ। ਉਹ ਤੇ ਮਾਂ ਵਰਗਾ ਅਖੀਰ ਸ਼ਬਦ ਪੜਿਆ ਭਾਈ ਸਾਹਿਬ ਹੋਣਾ ਨੇ, ਰਾਮ ਮਈਆ ਮੁਬਾਰਕ ਤੇਰਾ, ਕਾਹੇ ਨਾ ਖੰਡਸ ਔਗਣ ਮੇਰਾ। ਉਹਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ। ਬੱਚਾ ਗੁਨੇਗਾਰ ਬਣ ਜਾਏ, ਬੱਚਾ ਮਾਂ ਦੇ ਗਲੇ ਨੂੰ ਵੀ ਆ ਕੇ ਪੈ ਜਾਏ, ਵਾਲ ਫੜ ਲਏ, ਮਾਂ ਫਿਰ ਵੀ ਚੁੱਕ ਕੇ ਉਹਨੂੰ ਛਾਤੀ ਨਾਲ ਲਾ ਕੇ ਕਹਿੰਦੀ ਨਹੀਂ ਤੂੰ ਹੈ ਤੇ ਮੇਰਾ ਪੁੱਤ ਆ ਨਾ। ਇਹ ਗੁਰਬਾਣੀ 'ਚ ਮਹਾਰਾਜ ਦੋਨੋਂ ਰਿਸ਼ਤੇ ਦੱਸੇ। ਮਾਂ ਦਾ ਰਿਸ਼ਤਾ ਦੱਸਿਆ, ਮਹਾਰਾਜ ਕਹਿੰਦੇ ਗੁਰੂ ਮਾਂ ਵਰਗਾ ਏ, ਇਹ ਔਗਣ ਵੀ ਨਹੀਂ ਵੇਖਦਾ ਏ ਤਾਂ ਵੀ ਚੁੱਕ ਕੇ ਛਾਤੀ ਨਾਲ ਲਾ ਲੈਂਦਾ ਏ। ਪਰ ਜੇ ਗੁਰੂ ਪਿਓ ਵਰਗਾ ਰਿਸ਼ਤਾ ਨਿਭਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ। ਫਿਰ ਥੋੜਾ ਜਿਹਾ ਝਿੜਕ ਵੀ ਦਿੰਦਾ ਏ, ਥੋੜਾ ਜਿਹਾ ਗੁੱਸੇ ਵਿੱਚ ਵੀ ਆ ਕੇ ਕਹਿ ਦਿੰਦਾ, ਪਰ ਫਿਰ ਉਹ ਬਹੁੜ ਪਿਤਾ ਗੱਲ ਲਾਵੇ, ਫਿਰ ਗੱਲ ਨਾਲ ਵੀ ਲਾ ਲੈਂਦਾ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਸੁਣਾਇਆ। ਸ਼ਬਦ ਸੁਣਦਿਆਂ ਸਾਰ, ਜਿਚਰ ਸ਼ਬਦ ਨਾ ਕਰੇ ਵਿਚਾਰ, ਸ਼ਬਦ ਸੁਣਦਿਆਂ ਸੱਜਣ ਠੱਗ ਜਿਹੜਾ ਸੀ ਉਹਦੇ ਅੰਦਰ ਨੂੰ ਮਹਾਰਾਜ ਨੇ ਧੋ ਕੇ ਰੱਖ ਦਿੱਤਾ। ਇਹ ਹੈ ਦਇਆ ਦਾ ਭਾਵ। ਮਹਾਰਾਜ ਕਹਿੰਦੇ ਨੇ, ਸਤਿਗੁਰ ਸੱਚਾ ਪਰਮਾਤਮਾ, ਸਤ ਦੇ ਅਰਥ ਨੇ ਸਦੀਵੀ ਤੇ ਗੁਰ ਦੇ ਅਰਥ ਨੇ ਪ੍ਰਕਾਸ਼ਮਾਨ ਸਰੂਪ। ਉਹ ਪਰਮਾਤਮਾ ਦਇਆ ਕਰੇ ਸੁਖ ਦਾਤਾ, ਉਹ ਸੁੱਖਾਂ ਦਾ ਦਾਤਾ ਹੈ। ਤੇ ਜਿੱਦਨ ਦਇਆ ਕਰਦਾ ਹੈ, ਹਮ ਲਾਵੇਂ ਆਪਨ ਪਾਲੀ। ਪਾਲੀ ਦੇ ਅਰਥ ਹੁੰਦੇ ਨੇ ਪੱਲਾ ਫੜਾ ਦੇਣਾ, ਹਾਂ ਪੱਲੇ ਟੈਂਡੇ ਲਾਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਪੱਲਾ ਫੜਾ ਦਿੰਦਾ ਹੈ, ਅੰਨੇ ਨੂੰ ਤੁਰਨ ਵਾਸਤੇ ਇਹ ਸਹਾਰਾ ਮਿਲ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਗੁਰ ਸਿੱਖ ਮੀਤ ਚਲੋ ਗੁਰ ਚਾਲੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹੇ ਗੁਰ ਸਿੱਖੋ, ਹੇ ਮੇਰੇ ਮਿੱਤਰੋ, ਤੁਸੀਂ ਉਸ ਰਸਤੇ ਤੇ ਤੁਰੋ ਜਿੱਥੇ ਗੁਰੂ ਤੁਹਾਨੂੰ ਤੋਰਦਾ ਪਿਆ ਹੈ। ਦੇਖੋ ਮਹਾਰਾਜ ਔਗਣ ਨਹੀਂ ਦੇਖਦੇ ਪਏ, ਮਹਾਰਾਜ ਫਿਰ ਵੀ ਤਰਸ ਕਰਕੇ ਕਹਿੰਦੇ, ਤੂੰ ਮੇਰਾ ਗੁਰਸਿੱਖ ਹੈ, ਤੂੰ ਮੇਰਾ ਮੀਤ ਹੈ, ਆ ਮੈਂ ਤੈਨੂੰ ਰਸਤਾ ਦੱਸਾਂ, ਕਿਹੜੇ ਰਸਤੇ ਤੇ ਤੁਰਿਆ ਮੁਕਤ ਹੋਈਦਾ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਉੱਥੇ ਵੀ ਮਹਾਰਾਜ ਕਹਿੰਦੇ ਮੈਂ ਬੇਨਤੀ ਕਰਦਾ ਪਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੈਂ ਬੇਨਤੀ ਕਰਦਾ ਮੇਰੇ ਮਿੱਤਰਾ, ਇਸ ਗੱਲ ਨੂੰ ਸੁਣ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਵੇਲਾ ਜਿਹੜਾ ਹੈ ਇਹ ਸਤ ਸੰਗਤ ਰੂਪ ਕਰਨ ਦਾ ਏ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇਹ ਹੈ ਜੋ ਗੁਰ ਕਹੇ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੁਣ ਗੁਰੂ ਦੱਸਦਾ ਪਿਆ ਹੈ ਕਿ ਤੁਰਨਾ ਕਿਵੇਂ ਹੈ। ਮਹਾਰਾਜ ਕਹਿੰਦੇ ਪਏ ਨੇ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਔਦ ਘਟੇ ਜ਼ਿੰਦਗੀ ਜਿੰਨੀ ਅੱਜ ਹੈ ਕੱਲ ਇੰਨੀ ਨਹੀਂ ਰਵੇਗੀ। ਜਿੰਨੇ ਸਵਾਸ ਅੱਜ ਸਾਡੇ ਕੋਲ ਨੇ ਕੱਲ ਇਹ ਥੋੜੀ ਹੋਣਗੇ। ਆ ਇੱਕ ਦਿਨ ਜ਼ਿੰਦਗੀ ਦਾ ਲੰਘਿਆ ਅੱਜ ਦਾ, ਇਹ ਕੱਲ ਮੁੜ ਕੇ ਦੁਬਾਰਾ ਨਹੀਂ ਆਉਣਾ, ਇਹ ਖਤਮ ਹੋ ਗਏ। ਤੇ ਮਹਾਰਾਜ ਕਹਿੰਦੇ ਨੇ, ਔਦ ਘਟੇ ਦਿਨਸ ਰਹਿਣਾ ਰੇ। ਦਿਨ ਤੇ ਰਾਤ ਕਰਕੇ ਜ਼ਿੰਦਗੀ ਰੋਜ਼ ਰੋਜ਼ ਘਟਦੀ ਪਈ ਹੈ। ਮਨ ਗੁਰ ਮਿਲਕਾਦ ਸਵਾਰੇ। ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਨੂੰ ਮਿਲ, ਗੁਰੂ ਦੱਸੇਗਾ ਕਿ ਜ਼ਿੰਦਗੀ ਸਵਾਰਨ ਦਾ ਢੰਗ ਕੀ ਹੁੰਦਾ ਹੈ। ਮਹਾਰਾਜ ਕਹਿੰਦੇ ਨੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਗੁਰੂ ਤੋਰਦਾ ਪਿਆ ਹੈ, ਉਸ ਰਸਤੇ ਤੇ ਤੁਰੋ।
ਮਰਿਆਦਾ ਬਹੁਤ ਜ਼ਰੂਰੀ ਹੈ ਜੀ ਜੀਵਨ 'ਚ। ਤੁਸੀਂ ਸਫ਼ਰ ਕਰਕੇ ਆਏ ਹੋ ਨਾ, ਗੱਡੀ ਚਲਾ ਕੇ ਆਏ ਹੋ, ਇਹ ਗੱਡੀ ਚਲਾਉਣਾ ਵੀ ਤਾਂ ਇੱਕ ਨਿਯਮ ਆ ਨਾ, ਮਰਿਆਦਾ ਹੈ। ਤੁਸੀਂ ਆਪਣੀ ਮਰਜ਼ੀ ਦੇ ਨਾਲ ਰੋਡ ਦੇ ਉੱਤੇ ਜਾ ਕੇ ਗੱਡੀ ਚਲਾਓਗੇ, ਜਿੱਥੇ ਕ੍ਰੋਸਿੰਗ ਆਈ ਉੱਥੇ ਰੁਕੇ ਨਾ, ਜਿੱਥੇ ਲਾਈਟ ਰੈੱਡ ਹੋਈ ਉੱਥੇ ਨਾ ਖਲੋਤੇ, ਉਹ ਗੱਡੀ ਐਕਸੀਡੈਂਟ ਹੋਵੇਗੀ, ਸਰੀਰ ਦਾ ਨੁਕਸਾਨ ਹੋ ਜਾਏਗਾ, ਸੱਟਾਂ ਲੱਗ ਸਕਦੀਆਂ ਨੇ। ਜਦੋਂ ਅਸੀਂ ਗੁਰੂ ਦੀ ਮਰਿਆਦਾ ਛੱਡ ਦਿੰਦੇ ਹਾਂ, ਸਾਡੇ ਆਤਮਿਕ ਜੀਵਨ ਦਾ ਨੁਕਸਾਨ ਹੁੰਦਾ ਹੈ, ਸਾਡਾ ਸਰੂਪ ਵਿਗੜ ਜਾਂਦਾ ਹੈ, ਸਾਡੀ ਨੇਮ ਟੁੱਟ ਜਾਂਦੇ ਨੇ। ਅਸੀਂ ਗੁਰੂ ਤੋਂ ਸਮਝ ਲਓ ਕਿ ਸਾਡੀ ਦਿਸ਼ਾ ਹੀ ਗਲਤ ਹੋ ਜਾਂਦੀ। ਦੋ ਚੀਜ਼ਾਂ ਹੁੰਦੀਆਂ ਨੇ ਜੀ, ਇੱਕ ਦਸ਼ਾ ਹੁੰਦੀ ਆ ਤੇ ਇੱਕ ਦਿਸ਼ਾ ਹੁੰਦੀ ਆ। ਅਸੀਂ ਦਸ਼ਾ ਨੂੰ ਦੇਖ ਕੇ ਰੋਂਦੇ ਪਏ ਆ, ਪਰ ਰੋਣਾ ਚਾਹੀਦਾ ਕਿ ਸਾਡੀ ਦਿਸ਼ਾ ਖਰਾਬ ਸੀ ਤਾਂ ਦਸ਼ਾ ਖਰਾਬ ਹੋਈ। ਮਰਿਆਦਾ ਜ਼ਰੂਰੀ। ਜਿਵੇਂ ਮਰਿਆਦਾ ਸੰਸਕ੍ਰਿਤ ਦਾ ਸ਼ਬਦ ਹੈ ਜੀ, ਮਰੀਆ ਤੋਂ ਬਣਦਾ ਹੈ, ਤੇ ਮਰੀਆ ਦੇ ਅਰਥ ਹੁੰਦੇ ਨੇ ਜਿਵੇਂ ਦਰਿਆ ਜਿਹੜਾ ਹੈ ਨਾ, ਕੋਈ ਵੀ ਦਰਿਆ ਪਾਣੀ ਦਾ ਵਹਿਣ ਚੱਲਦਾ ਹੈ, ਉਹ ਦੋ ਕੰਢਿਆਂ ਦੇ ਵਿਚਕਾਰ ਚੱਲਦਾ ਹੈ, ਪਰ ਜੇ ਫਲੱਡ ਆ ਜਾਏ, ਹੜ੍ਹ ਆ ਜਾਏ, ਉਹ ਕੰਢਿਆਂ ਨੂੰ ਛੱਡ ਕੇ ਉਹ ਬਾਹਰ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਮਰਿਆਦਾ ਅਤਿਅੰਤ ਜ਼ਰੂਰੀ ਆ। ਜੇ ਜੀਵਨ ਮਰਿਆਦਾਹੀਨ ਹੋ ਜਾਏ ਤੇ ਉਹ ਹੜ੍ਹ ਬਣ ਜਾਂਦਾ ਹੈ, ਤੇ ਹੜ੍ਹ ਜਿਹੜਾ ਹੈ ਉਹ ਕਿਸੇ ਦਾ ਸਵਾਰਦਾ ਨਹੀਂ, ਉਹ ਨੁਕਸਾਨ ਕਰਦਾ ਹੈ। ਤੁਸੀਂ ਮਿਥ ਦੀ, ਚਲੋ ਮਿਥੋਲੋਜੀ ਦੀ ਗੱਲ ਕਰਦੇ ਆ। ਸੀਤਾ ਨੇ ਇੱਕ ਹਿਰਨ ਦੇਖਿਆ, ਸੁਨਹਿਰੀ ਰੰਗ ਦਾ ਹਿਰਨ, ਤੇ ਬਨਵਾਸ ਦੇ ਵਿੱਚ ਸੀਤਾ ਨੇ, ਸ਼੍ਰੀ ਰਾਮ ਚੰਦਰ ਨੇ, ਲక్ష్మణ ਨੇ, ਤੇ ਹਿਰਨ ਬੜਾ ਸੋਹਣਾ ਲੱਗਿਆ। ਸੀਤਾ ਨੇ ਰਾਮ ਚੰਦਰ ਨੂੰ ਆਖਿਆ ਕਿ ਮੈਨੂੰ ਆਹ ਹਿਰਨ ਚਾਹੀਦਾ ਹੈ। ਰਾਮ ਚੰਦਰ ਨੇ ਬਹੁਤ ਸਮਝਾਇਆ, ਪਰ ਜਿੱਦ ਸੀ। ਰਾਮ ਚੰਦਰ ਪਿੱਛੇ ਗਏ ਸ਼ਿਕਾਰ ਕਰਨ ਵਾਸਤੇ, ਤੇ ਬਹੁਤਾ ਸਮਾਂ ਹੋਇਆ ਤੇ ਮੁੜੇ ਨਹੀਂ। ਸੀਤਾ ਜੀ ਨੂੰ ਚਿੰਤਾ ਹੋਈ। ਉਹਨਾਂ ਨੇ ਛੋਟੇ ਭਰਾ ਨੂੰ, ਲక్ష్మణ ਨੂੰ, ਦੇਵਰ ਨੂੰ ਕਿਹਾ ਕਿ ਤੁਸੀਂ ਜਾ ਕੇ ਪਤਾ ਕਰੋ ਕਿ ਰਾਮ ਆਏ ਕਿਉਂ ਨਹੀਂ ਅਜੇ। ਉਹ ਕਹਿੰਦੇ ਮੈਨੂੰ ਭਰਾ ਨੇ ਕਿਹਾ ਸੀ ਨਹੀਂ ਜਾਣਾ, ਨਹੀਂ ਕਿਤੇ ਵੀ, ਘਰੇ ਰਹਿਣਾ ਹੈ, ਧਿਆਨ ਰੱਖਣਾ ਹੈ। ਸੀਤਾ ਨੇ ਕਿਹਾ ਕਿ ਮੇਰਾ ਹੁਕਮ ਹੈ, ਤੈਨੂੰ ਜਾਣਾ ਪੈਣਾ ਹੈ। ਮਿਥੋਲੋਜੀ ਇਹ ਗੱਲ ਆਖਦੀ ਹੈ ਕਿ ਲక్ష్మణ ਨੇ ਉਸ ਵੇਲੇ ਘਰ ਦੇ ਦੁਆਲੇ ਇੱਕ ਲੀਕ ਬਣਾ ਦਿੱਤੀ, ਉਹਨੂੰ ਕਹਿੰਦੇ ਸੀ ਲక్ష్మణ ਰੇਖਾ। ਲక్ష్మణ ਰੇਖਾ ਬਣਾਈ ਤੇ ਸੀਤਾ ਨੂੰ ਇਹ ਗੱਲ ਆਖੀ ਸੀ, ਸੀਤਾ ਮਾਤਾ ਆ ਰੇਖਾ ਤੋਂ ਬਾਹਰ ਨਾ ਜਾਇਓ, ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਹ ਮੰਨ ਕੇ ਰੱਖਿਓ ਇਸ ਗੱਲ ਨੂੰ। ਉਹ ਲక్ష్మణ ਗਿਆ, ਇੰਨੇ ਨੂੰ ਰਾਵਣ ਆਉਂਦਾ ਹੈ, ਭੇਸ ਬਦਲਿਆ ਰਾਵਣ ਨੇ। ਉਹਨੇ ਕਿਹਾ ਭਿੱਖਿਆ ਚਾਹੀਦੀ ਏ। ਸੀਤਾ ਭਿੱਖਿਆ ਲੈ ਕੇ ਆਈ। ਉਹਨੇ ਕਿਹਾ ਕਿ ਅੱਗੇ ਹੋ ਕੇ ਪਵਾ ਲਾ। ਰਾਵਣ ਕਹਿੰਦਾ ਨਹੀਂ, ਮੈਂ ਅੱਗੇ ਨਹੀਂ ਆ ਸਕਦਾ, ਤੈਨੂੰ ਅੱਗੇ ਆ ਕੇ ਪਾਉਣੀ ਪਏਗੀ। ਸੀਤਾ ਲక్ష్మణ ਰੇਖਾ ਤੋਂ ਬਾਹਰ ਨਿਕਲੀ। ਰਾਵਣ ਉਹਦਾ ਹਰਨ ਕਰਦਾ ਹੈ, ਉਹਨੂੰ ਚੁੱਕ ਕੇ ਲੈ ਜਾਂਦਾ ਹੈ। ਸੱਚੀ ਗੱਲ ਜੇ ਪਿਆਰਿਓ, ਭਾਵੇਂ ਇਹ ਮਿਥੋਲੋਜੀ ਹੈ, ਭਾਵੇਂ ਇਹ ਕਹਾਣੀ ਹੋਵੇ, ਭਾਵੇਂ ਇਹ ਝੂਠ ਹੋਵੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਪਰ ਤੇਰੇ ਦੁਆਲੇ ਮੈਂ ਸ਼ਬਦ ਦੀ ਰੇਖਾ ਬਣਾ ਦਿੱਤੀ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਜੇ ਤੂੰ ਇਸ ਰੇਖਾ ਤੋਂ ਬਾਹਰ ਨਿਕਲ ਗਿਆ, ਤੈਨੂੰ ਰਾਵਣ ਨਸ਼ੇ ਦੇ ਚੁੱਕ ਕੇ ਲੈ ਜਾਣਗੇ, ਤੈਨੂੰ ਪਤਤ ਪੂਨੇ ਦੇ ਰਾਵਣ ਚੁੱਕ ਕੇ ਲੈ ਜਾਣਗੇ, ਤੈਨੂੰ ਵਿਕਾਰਾਂ ਦੇ ਰਾਵਣ ਚੁੱਕ ਕੇ ਲੈ ਜਾਣਗੇ, ਤੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰਾਵਣ ਚੁੱਕ ਕੇ ਲੈ ਜਾਣਗੇ। ਜੇ ਜੀਵਨ ਬਚਾਉਣਾ ਹੈ ਤੇ ਇਸ ਮਰਿਆਦਾ ਦੇ ਦਾਇਰੇ ਵਿੱਚ ਰਹੇ। ਜਿਹੜਾ ਮਰਿਆਦਾ ਦੇ ਦਾਇਰੇ ਵਿੱਚ ਰਹਿੰਦਾ ਹੈ, ਉਹਦਾ ਜੀਵਨ ਕਦੀ ਖਰਾਬ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਕਿਵੇਂ ਚੱਲਣਾ? ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਕਹਿੰਦਾ ਪਿਆ ਹੈ ਉਹਨੂੰ ਭਲਾ ਕਰਕੇ ਜਾਣ ਲਓ ਕਿ ਮੇਰੇ ਗੁਰੂ ਦਾ ਹੁਕਮ ਹੈ, ਮੈਂ ਮੰਨ ਲੈਣਾ ਹੈ। ਜਿਵੇਂ ਮਹਾਰਾਜ ਕਹਿੰਦੇ ਨਾ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ। ਗੁਰੂ ਹੀ ਕਹਿੰਦਾ ਪਿਆ ਹੈ, ਕੋਈ ਮੇਰੇ ਵਰਗਾ ਗਿਆਨੀ ਥੋੜੀ ਆਖਦਾ ਹੈ। ਗੁਰੂ ਕਹਿੰਦਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ, ਬਾਣੀ ਪੜਿਆ ਕਰ। ਮਹਾਰਾਜ ਕਹਿੰਦੇ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਏ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਏ। ਮਹਾਰਾਜ ਕਹਿੰਦਾ ਇਸ਼ਨਾਨ ਸਤਿਗੁਰੂ ਮਹਾਰਾਜ ਮਰਿਆਦਾ ਦੱਸਦੇ ਨੇ, ਜੋ ਗੁਰ ਕਹੇ, ਗੁਰੂ ਕਹਿੰਦਾ ਪਿਆ ਹੈ। ਗੁਰੂ ਸਤਿਗੁਰੂ ਮਹਾਰਾਜ ਆਖਦੇ ਨੇ ਅੰਤਰ ਗੁਰ ਆਰਾਧਨਾ। ਇਹ ਆ ਜੀ ਮਰਿਆਦਾ ਸਾਡੇ ਜੀਵਨ ਦੀ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਾ ਗੁਰ ਨਾਉ। ਇਹ ਹੈ ਜੀਵਨ ਦੀ ਮਰਿਆਦਾ। ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ
ਨਿਰੰਕਾਰ। ਗੁਰੂ ਦੀ ਮਰਿਆਦਾ ਕਹਿੰਦੀ ਪਈ ਹੈ ਕਿ ਜੇ ਭੁੱਖ ਆ ਜੇ, ਜੇ ਦੁੱਖ ਆ ਜੇ, ਕਿਤਿਆਂ ਦੁੱਖ ਭੂਖ ਸਦਮਾਰ, ਏ ਪੀ ਦਾਤ ਤੇਰੀ ਦਾਤਾਰ। ਜੇ ਭੁੱਖ ਆਈ ਦੁੱਖ ਆਈ ਤਾਂ ਵੀ ਗਿਲਾ ਨਾ ਕਰੀ, ਤਾਂ ਵੀ ਕਹੀ ਸੱਚੇ ਪਾਤਸ਼ਾਹ ਮਹਾਰਾਜ ਇਹ ਤੇਰੀ ਦਿੱਤੀ ਦਾਤ ਹੈ, ਮੇਰਾ ਗਿਲਾ ਕੋਈ ਨਹੀਂ, ਤੇਰੇ ਅੱਗੇ ਜ਼ੋਰ ਕੋਈ ਨਹੀਂ, ਪਰ ਇੱਕ ਕੰਮ ਕਰੀ ਕਿ ਤੇਰੇ ਹੁਕਮ ਦੇ ਵਿੱਚ, ਤੇਰੀ ਰਜ਼ਾ ਦੇ ਵਿੱਚ ਮੈਂ ਰਹਿ ਸਕਾਂ। ਜੋ ਤੁਧ ਭਾਵੇਂ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪਰਮਾਤਮਾ ਦੇ ਘਰ ਦੀ ਗੱਲ ਹੀ ਵੱਖਰੀ ਹੈ, ਅਸਚਰਜ ਹੈ, ਵਿਸਮਾਦ ਕਰਨ ਵਾਲੀ ਹੈ, ਹੈਰਾਨ ਕੁਨ ਹੈ। ਮਹਾਰਾਜ ਤੇਰੀ ਦਰ ਦੀ ਕਥਾ, ਤੇਰੀ ਵਿਚਾਰ, ਤੇਰੇ ਕਹੇ ਹੋਏ ਬੋਲ ਸੱਚੇ ਪਾਤਸ਼ਾਹ ਹਰ ਇੱਕ ਨਿਰਾਲੀ ਹੈ। ਰਹਾਉ ਵਿਸ਼ਰਾਮ ਮਹਾਰਾਜ ਦਿੰਦੇ ਨੇ ਗੁਰੂ ਰਾਮਦਾਸ ਮਹਾਰਾਜ। ਵਿਸ਼ਰਾਮ ਰਹਾਉ ਦੇ ਅਰਥ ਬਾ ਕਮਾਲ ਕੀਤੇ ਇੱਕ ਵਿਦਵਾਨ ਨੇ। ਉਹ ਕਹਿੰਦਾ ਰਹਾਉ ਦਾ ਅਰਥ ਹੁੰਦਾ ਹੈ ਰੁਕਣਾ, ਰਹਾਉ ਦਾ ਅਰਥ ਹੁੰਦਾ ਹੈ ਠਹਿਰ ਜਾਣਾ। ਤੇ ਠਹਿਰ ਕੇ ਕੀ ਕਰਨਾ? ਜੋ ਤੁਸੀਂ ਪਿੱਛੇ ਪੜ੍ਹ ਕੇ ਆਏ ਹੋ ਉਹਦੀ ਵਿਚਾਰ ਕਰਨੀ, ਜੋ ਪਿੱਛੇ ਕਰਕੇ ਆਏ ਹੋ ਉਹਦੀ ਵਿਚਾਰ ਕਰਨੀ। ਉਹ ਕਹਿੰਦਾ ਹੈ ਕਿ ਤੁਸੀਂ ਜੀਵਨ ਦੇ ਵਿੱਚ 10 ਸਾਲ ਗੁਜ਼ਾਰ ਲਏ ਨੇ, ਤੁਸੀਂ 20 ਗੁਜ਼ਾਰ ਲਏ, 50 ਸਾਲ ਗੁਜ਼ਾਰ ਲਏ, 60-70 ਸਾਲ ਜ਼ਿੰਦਗੀ ਲੰਘ ਗਈ। ਅੱਜ ਰੁਕ ਕੇ ਵੇਖੋ ਕਿ ਇਨ੍ਹਾਂ 17 ਸਾਲਾਂ ਵਿੱਚ ਤੁਸੀਂ ਕੀਤਾ ਕੀ ਹੈ। ਭਾਈ ਵੀਰ ਸਿੰਘ ਕਹਿੰਦੇ ਨੇ ਇੱਕਦਮ ਸੋਚ ਨੇ ਆਪਣੀ ਕੀਤੀ, ਕੌਣ ਤੇ ਕਿਉਂ ਕਰ ਆਇਆ ਹਾਂ, ਐਵੇਂ ਸਾਰੀ ਉਮਰ ਗਵਾ ਕੇ ਮਹਾ ਸ਼ੋਕ ਪਛਤਾਇਆ ਹਾਂ। ਭਾਈ ਵੀਰ ਸਿੰਘ ਕਹਿੰਦੇ ਇੱਕ ਦਿਨ ਮੈਂ ਸੋਚਿਆ ਕਿ ਮੈਂ ਕੌਣ ਹਾਂ ਤੇ ਮੈਂ ਸੰਸਾਰ ਤੇ ਆਇਆ ਕੀ ਕਰਨਾ ਆ। ਇੱਕਦਮ ਸੋਚ ਨੇ ਆਪਣੀ ਕੀਤੀ, ਕੌਣ ਤੇ ਕਿਉਂ ਕਰ ਆਇਆ ਹਾਂ। ਤੇ ਕਹਿੰਦੇ ਸੋਚਦਿਆਂ ਸੋਚਦਿਆਂ ਨਤੀਜਾ ਪਤਾ ਕੀ ਨਿਕਲਿਆ? ਐਵੇਂ ਸਾਰੀ ਉਮਰ ਗਵਾ ਕੇ ਮਹਾ ਸ਼ੋਕ ਪਛਤਾਇਆ ਹਾਂ। ਜੋ ਬੀਤ ਜਾਂਦਾ ਹੈ ਫਿਰ ਪਛਤਾਵਾ ਰਹਿੰਦਾ, ਉਹਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ। ਕੱਲ 29 ਅਗਸਤ ਸੀ, ਲੰਘ ਗਈ, ਤੁਸੀਂ ਲਿਆ ਸਕਦੇ ਹੋ ਵਾਪਸ? ਜੋ ਕੱਲ ਕਰਕੇ ਆਏ ਉਹਨੂੰ ਅੱਜ ਦੇ ਵਿੱਚ ਸੁਧਾਰ ਸਕਦੇ ਆ, ਕੇਵਲ ਪਛਤਾ ਸਕਦੇ ਆ ਕਿ ਕੱਲ ਆਹ ਕੰਮ ਜੇ ਕਰ ਲੈਂਦੇ ਤੇ ਚੰਗਾ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਬੰਦਾ ਦੋ ਹਾਲਤਾਂ 'ਚ ਜਿਉਂਦਾ ਪਿਆ ਜੇ, ਇੱਕ ਟੋਏ ਦੇ ਵਿੱਚ ਜਿਉਂਦਾ ਜਾਂ ਟਿੱਬੇ ਦੇ ਉੱਤੇ ਜਿਉਂਦਾ। ਜੇ ਕਿਸੇ ਦੀ ਗੱਲ ਕਰਨੀ ਹੋਵੇ ਆਪਣੇ ਆਪ ਨੂੰ ਟਿੱਬੇ ਤੇ ਉੱਚੀ ਥਾਂ ਤੇ ਚੜਾ ਲੇਗਾ ਕਿ ਮੇਰੇ ਵਰਗਾ ਕੋਈ ਨਹੀਂ, ਤੇ ਜੇ ਕਿਸੇ ਦੂਸਰੇ ਦੀ ਗੱਲ ਕਰਨੀ ਹੋਵੇ ਉਹਨੂੰ ਟੋਏ ਦੇ ਵਿੱਚ ਰੱਖ ਦੋ, ਨੀਵਾਂ ਕਹਿ ਦੇਗਾ, ਇਹਦੇ ਤੋਂ ਨੀਵਾਂ ਕੋਈ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਨਾ ਜ਼ਿੰਦਗੀ 'ਚ ਟੋਆ ਚਾਹੀਦਾ ਤੇ ਨਾ ਟਿੱਬਾ ਚਾਹੀਦਾ, ਨਾ ਹੰਕਾਰ ਚਾਹੀਦਾ ਹੈ, ਨਾ ਈਰਖਾ ਚਾਹੀਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜੋ ਗੁਰੂ ਆਖਦਾ ਹੈ ਉਹਨੂੰ ਮੰਨੋ, ਰਹਾਓ ਵਿਸ਼ਰਾਮ ਜ਼ਿੰਦਗੀ ਵਿੱਚ ਦੇ ਕੇ ਵੇਖੋ ਕਿ ਅਸੀਂ ਜ਼ਿੰਦਗੀ ਵਿੱਚ ਕੀ ਕੀਤਾ ਹੈ। ਹਰ ਕੇ ਸੰਤ ਸੁਨਹੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ। ਮਹਾਰਾਜ ਕਹਿੰਦੇ ਹੇ ਮੇਰੇ ਸੰਤ ਜਨੋ, ਹੇ ਮੇਰੇ ਭਾਈ ਜਨੋ, ਗੁਰ ਸੇਵਿਓ। ਸੇਵਿਓ ਦੇ ਅਰਥ ਹੈ ਜੀ ਗੁਰੂ ਨੂੰ ਜਪੋ, ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿਓ। ਕਿੰਨੀ ਦੇਰ ਕਰੋ? ਮਹਾਰਾਜ ਕਹਿੰਦੇ ਨੇ ਊਠਤ ਬੈਠਤ ਹਰ ਘਰ ਗਾਈਏ, ਮਾਰਗ ਚਲਤ ਹਰੇ ਹਰ ਧਿਆਈਏ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਉਹ ਇਹ ਗੱਲ ਆਖਦੇ ਹੁੰਦੇ ਸੀ, ਕਹਿੰਦੇ ਨੇ ਜਦੋਂ ਤੁਰੀਦਾ ਹੈ ਨਾ ਜੀ, ਕਦਮ ਵਾਕ ਕਰਦੇ ਆ, ਇੱਕ ਪੈਰ ਪੁੱਟੋ ਤੇ ਵਾਹੇ ਕਹਿ ਲਿਆ ਕਰੋ, ਦੂਜਾ ਪੁੱਟੋ ਤੇ ਗੁਰੂ ਕਹਿ ਲੋ। ਇੰਨਾ ਕਰਦੇ ਕਰਦਿਆਂ ਵੀ ਤੁਹਾਡੇ ਕੋਲ ਨਾਮ ਧਨ ਬਹੁਤ ਇਕੱਠਾ ਹੋ ਜਾਏਗਾ। ਜਿਹੜੇ ਕਹਿੰਦੇ ਨੇ ਕਿ ਲੋੜ ਨਹੀਂ ਬਾਣੀ ਪੜ੍ਹਨ ਦੀ, ਨਿਤਨੇਮ ਕਰਨ ਦੀ ਲੋੜ ਨਹੀਂ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਘਰ 'ਚ ਬਿਜਲੀ ਖਰਾਬ ਹੋਵੇ ਨਾ, ਇਲੈਕਟ੍ਰਿਸਿਟੀ ਖਰਾਬ ਹੋ ਜਾਏ, ਬੱਤੀ ਨਾ ਜਗਦੀ ਹੋਵੇ, ਕਹਿੰਦੇ ਅਸੀਂ ਤਾਰਾਂ ਤੋੜ ਕੇ ਨਹੀਂ ਸੁੱਟਦੇ, ਸਾਨੂੰ ਪਤਾ ਹੁੰਦਾ ਜਦੋਂ ਬੱਤੀ ਠੀਕ ਹੋਏਗੀ ਤੇ ਇਹ ਚਾਨਣ ਜ਼ਰੂਰ ਹੋ ਜਾਏਗਾ। ਬਾਣੀ ਦਾ ਲੜ ਕਦੀ ਨਾ ਛੱਡੋ, ਗੁਰੂ ਕਿਰਪਾ ਕਰੇਗਾ, ਇੱਕ ਦਿਨ ਪ੍ਰਕਾਸ਼ ਹਿਰਦੇ ਵਿੱਚ ਜ਼ਰੂਰ ਹੋਏਗਾ। ਹਰ ਕੇ ਸੰਤ ਸੁਨਹੁ ਜਨ ਭਾਈ, ਗੁਰ ਸੇਵਿਓ। ਗੁਰੂ ਨੂੰ ਚੇਤੇ ਕਰੋ ਤੇ ਕਿਦੋਂ? ਬੇਗ ਬੇਗਾਲੀ। ਬੇਗ ਬੇਗਾਲੀ ਦੇ ਅਰਥ ਹੁੰਦੇ ਨੇ ਛੇਤੀ ਕਰੋ, ਦੇਰੀ ਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਾਪ ਕਰਤ ਮਨ ਪਾਪ ਕਰਤ ਤੂੰ ਸਦਾ ਸੰਗ,
ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਦੇਰੀ ਕਰਨੀ ਹੈ ਤੇ ਪਾਪ ਕਰਨ ਲੱਗਿਆਂ ਕਰੀ, ਝੂਠ ਬੋਲਣ ਲੱਗਿਆਂ ਕਰੀ, ਠੱਗੀ ਮਾਰਨ ਲੱਗਿਆਂ ਕਰੀ, ਗੁਨਾਹ ਕਰਨ ਲੱਗਿਆਂ ਕਰੀ। ਜਿੱਦਣ ਗੁਰਦੁਆਰੇ ਆਉਣਾ ਹੋਵੇ, ਜਿੱਦਣ ਸੁਖਮਨੀ ਸਾਹਿਬ ਪੜ੍ਹਨਾ ਹੋਵੇ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਪੜ੍ਹਨਾ, ਸਹਿਜ ਪਾਠ ਕਰਨਾ, ਸੇਵਾ ਕਰਨੀ, ਮਹਾਰਾਜ ਕਹਿੰਦੇ ਨਹਿ ਬਿਲੰਬ ਧਰਮੰ, ਧਰਮ ਕਮਾਉਣ ਲੱਗਿਆਂ ਕਦੀ ਦੇਰੀ ਨਾ ਕਰੀ। ਮਹਾਰਾਜ ਕਹਿੰਦੇ ਨੇ ਸਤਿਗੁਰ ਸੇਵ ਖਰਚ ਹਰ ਬਾਂਧੋ, ਮਤ ਜਾਣਹੁ ਆਜ ਕੇ ਕਾਲੀ। ਗੁਰੂ ਨੂੰ ਚੇਤੇ ਕਰੇਗਾ ਤੇ ਇਹ ਤੇਰੀ ਉਹ ਖੁਰਜੀ ਬਣ ਜਾਏਗੀ, ਗੋਲਕ ਖਜ਼ਾਨਾ ਬਣ ਜਾਏਗਾ। ਇਹ ਤੇਰਾ ਬੈਲੈਂਸ, ਬੈਂਕ ਬੈਲੈਂਸ ਤੇਰਾ ਇਕੱਠਾ ਹੋ ਜਾਏਗਾ। ਜਿਹੜੇ ਤਾਂ ਇੱਥੇ ਪੌਂਡ ਇਕੱਠੇ ਕੀਤੇ, ਇਹ ਤੇ ਘਰਦਿਆਂ ਨੇ ਰੱਖ ਲੈਣੇ ਆ। ਜਦੋਂ ਤੂੰ ਗਿਆ ਤੇ ਖਾਲੀ ਹੱਥ ਚਲੇ ਗਿਆ, ਉੱਥੇ ਜਾ ਕੇ ਕੀ ਕਹੇਗਾ ਕਿ ਮੈਂ ਕਿੰਨੇ ਪੌਂਡ ਇਕੱਠੇ ਕੀਤੇ? ਉੱਥੇ ਨਾਮ ਧਨ ਜਾਣਾ ਹੈ। ਮਹਾਰਾਜ ਕਹਿੰਦੇ ਸਤਿਗੁਰ ਸੇਵ ਖਰਚ ਹਰ ਬਾਂਧੋ, ਗੁਰੂ ਨੂੰ ਚੇਤੇ ਕਰ ਕਰਕੇ, ਜਪ ਜਪ ਕੇ ਇਹ ਖਰਚ ਦੀ ਪੋਟਲੀ ਨੂੰ ਤੂੰ ਭਰ ਲੈ। ਇਹ ਨਾ ਕਰਕੇ ਮਤ ਜਾਣੋ ਅੱਜ ਕੇ ਕਾਲੀ, ਨਹੀਂ ਕੱਲ ਨੂੰ ਕਰ ਲਾਂਗਾ, ਨਹੀਂ ਪਰਸੋਂ ਕਰ ਲਾਂਗਾ, ਨਹੀਂ ਸੰਡੇ ਨੂੰ ਜਾਵਾਂਗਾ, ਨਹੀਂ ਨਹੀਂ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਜੇ ਸੰਡੇ ਆਉਣਾ ਵੀ ਹੈ ਕਿ ਨਹੀਂ ਆਉਣਾ, ਕੋਈ ਪਤਾ ਨਹੀਂ ਆਜ ਕੱਲ ਆਉਣਾ ਕਿ ਨਹੀਂ ਆਉਣਾ। ਮਹਾਰਾਜ ਕਹਿੰਦੇ ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰੱਖੋ ਚੇਤ, ਮੌਤ ਦਾ ਸੱਪ ਗਲ 'ਚ ਪਿਆ ਹੈ, ਪਤਾ ਨਹੀਂ ਕਿਦੋਂ ਉਹਨੇ ਕਿਹਨੂੰ ਖਾ ਜਾਣਾ ਹੈ। ਮਹਾਰਾਜ ਕਹਿੰਦੇ ਨੇ ਹਰ ਕੇ ਸੰਤ ਜਪੋ ਹਰ ਜਪਨਾ, ਹਰ ਸੰਤ ਚਲੇ ਹਰ ਨਾਲੀ। ਹੇ ਸੰਤ ਜਨੋ, ਤੁਸੀਂ ਨਾਮ ਜਪਦੇ ਹੋ ਨਾ, ਫਿਰ ਵਾਹਿਗੁਰੂ ਤੁਹਾਡੇ ਨਾਲ ਹੁੰਦਾ ਹੈ। ਤੇ ਜਦੋਂ ਤੁਸੀਂ ਜਿੱਥੇ ਜਾਓਗੇ ਉੱਥੇ ਨਾਮ ਸਹਾਈ ਹੋ ਜਾਂਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਕਲਾਲੀ ਕੇਲ ਕਰਨ ਵਾਲਾ, ਅਚਰਜ ਕੌਤਕ ਕਰਨ ਵਾਲਾ, ਜਿਨੇ ਸੰਸਾਰ ਨੂੰ ਖੇਡ ਬਣਾ ਕੇ ਰਚਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਉਹ ਨਾਮੀ ਬਣ ਗਏ। ਉਹ ਨਾਮ ਦੇ ਜਿੰਦਾ ਨਾਮ ਸੀ ਉਹਦੇ ਵਰਗੇ ਹੋ ਗਏ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ। ਸਤਿਗੁਰੂ ਮਹਾਰਾਜ ਬਾਣੀ 'ਚ ਕਬੀਰ ਸਾਹਿਬ ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ, ਜਿਨ੍ਹਾਂ ਨਾਮ ਜਪਿਆ ਉਹ ਰੱਬ ਬਣ ਗਏ। ਸਾਰਿਆਂ ਦਾ ਭਵਿੱਖ ਪਤਾ ਕੀ ਮਸਕੀਨ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਕਿਸੇ ਜੋਤਸ਼ੀ ਤੋਂ ਪੁੱਛਣ ਦੀ ਲੋੜ ਨਹੀਂ ਕਿ ਤੁਹਾਡਾ ਭਵਿੱਖ ਕੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡਾ ਭਵਿੱਖ ਦੱਸਦੇ ਨੇ। ਤੇਰਾ ਭਵਿੱਖ ਹੈ ਤੂੰ ਰੱਬ ਬਣ ਸਕੇ। ਹੰਕਾਰ ਕਰਕੇ ਨਹੀਂ ਕਹਿਣਾ ਕਿ ਮੈਂ ਰੱਬ ਬਣ ਗਿਆ, ਰਜਨੀਸ਼ ਓਸ਼ੋ ਵਾਂਗੂ ਦਾਅਵੇ ਨਹੀਂ ਕਰਨੇ ਕਿ ਮੈਂ ਭਗਵਾਨ ਬਣ ਗਿਆ। ਤੇਰਾ ਰੂਪ ਦੱਸ ਦਏਗਾ, ਤੇਰਾ ਜੀਵਨ ਦੱਸ ਦਏਗਾ, ਤੇਰਾ ਹਿਰਦਾ ਹੀ ਦੱਸ ਦਏਗਾ ਕਿ ਤੂੰ ਸੱਚੀ ਮੁੱਚੀ ਰੱਬ ਬਣ ਗਿਆ ਹੈ। ਮਹਾਰਾਜ ਕਹਿੰਦੇ ਜਿਨ ਹਰ ਜਪਿਆ, ਜਿਨਨੇ ਜਪਿਆ ਸੇ ਹਰ ਹੋਏ, ਉਹ ਉਹਦਾ ਰੱਬ ਦਾ ਰੂਪ ਬਣ ਗਏ। ਹਰ ਮਿਲਿਆ ਕੇਲ ਕਲਾਲੀ। ਫਿਰ ਮਿਲਾਪ ਕਿਹਦੇ ਨਾਲ ਹੋ ਗਿਆ? ਕਹਿੰਦੇ ਉਸ ਹਰੀ ਪਰਮਾਤਮਾ ਨੇ ਜਿਨੇ ਸਾਰੀ ਧਰਤੀ ਨੂੰ ਖੇਡ ਦੇ ਵਿੱਚ ਲਾਇਆ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇਖਣ ਆਇਓ ਜਗਤ ਤਮਾਸ਼ਾ, ਹਰ ਹਰ ਜਪਨ ਜਪ ਲੋਚ ਲੁਚਾਨੀ, ਕਰ ਕਿਰਪਾ ਹਰ ਕਿਰਪਾ ਕਰ ਬਨਵਾਲੀ। ਇੱਥੇ ਬਾਣੀ 'ਚ ਸ਼ਬਦ ਆਇਆ ਲੁਚਾਨੀ, ਦੋ ਲਗਾ ਮਾਤਰਾਂ ਲੱਗੀਆਂ ਨੇ, ਇੱਕ ਹੋੜਾ ਲੱਗਿਆ ਲੱਲੇ ਨੂੰ ਤੇ ਇੱਕ ਔਂਕੜ ਲੱਗਿਆ। ਉਚਾਰਨ ਕਰਨ ਲੱਗਿਆਂ ਹਮੇਸ਼ਾ ਥਲੜੀ ਮਾਤਰਾ ਪੜੀ ਦੀ ਏ, ਤੇ ਅਰਥ ਕਰਨ ਲੱਗਿਆਂ ਉੱਪਰਲੀ ਮਾਤਰਾ ਦੀ ਵਰਤੋਂ ਹੁੰਦੀ ਏ। ਨਾਮ ਜਪਦਿਆਂ ਜਪਦਿਆਂ ਲੋਚ ਲੁਚਾਨੀ, ਲੁਚਾਨੀ ਲੋਚਾ ਸਾਡੀ ਲਾਲਸਾ, ਅਸੀਂ ਜੋ ਮੰਗਦੇ ਪਏ ਹਾਂ, ਅਸੀਂ ਜੋ ਕਹਿੰਦੇ ਪਏ ਹਾਂ ਕਿ ਆਹ ਮਿਲ ਜਾਏ, ਕਹਿੰਦੇ ਨੇ ਉਹ ਲਾਲਸਾ ਪੂਰੀ ਹੋ ਜਾਂਦੀ ਹੈ। ਹਰ ਕਿਰਪਾ ਕਰ ਬਨਵਾਲੀ। ਬਨਵਾਲੀ ਦੇ ਅਰਥ ਵੀ ਵਾਹਿਗੁਰੂ ਪਰਮਾਤਮਾ ਹੈ, ਮਾਲਕ ਕਿਰਪਾ ਕਰਕੇ ਦਾਤ ਦਿੰਦਾ ਹੈ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਆਖਰੀ ਇਹ ਪੰਕਤੀ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ, ਨਾਨਕ ਆਖਦਾ ਹੈ ਸੰਗਤ ਸਾਧ ਹਰ ਮੇਲੋ, ਜਿਹਨੂੰ ਅਰਦਾਸ 'ਚ ਕਹਿੰਦੇ ਆ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉਹ ਮਿਲੇ ਜਿਹਨੂੰ ਵੇਖ ਕੇ, ਜਿਹਨੂੰ ਮਿਲ ਕੇ ਰੱਬ ਚਿੱਤੇ ਆਵੇ। ਉਹ ਨਾ ਮਿਲੇ ਜਿਹਨੂੰ ਵੇਖ ਕੇ ਰੱਬ ਭੁੱਲ ਜਾਵੇ। ਮਹਾਰਾਜ ਕਹਿੰਦੇ ਨੇ ਸੰਗਤ ਸਾਧ ਹਰ ਮੇਲੋ, ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਮਿਲੇ। ਹਮ ਸਾਧ ਜਨਾ ਪੱਗ ਰਾਲੀ, ਪੱਗ ਰਾਲੀ ਪੱਗਾਂ ਦੀ ਪੈਰਾਂ ਦੀ ਧੂੜ ਬਣ ਜਾਈਏ ਉਹਨਾਂ ਦੇ ਜਿਹੜੇ ਨਾਮ ਜਪਦੇ ਨੇ, ਜਿਨ੍ਹਾਂ ਦੇ ਕਰਕੇ ਜੀਵਨ ਸਫਲਾ ਹੁੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇੱਕ ਤਾਂ ਹੰਕਾਰ ਛੱਡ ਕਰਕੇ, ਛਾੜ ਅਹੰਕਾਰ
शार होए गुर मार्ग में, कबहू के दीन के दयाल पग धार हैं। गुरु दे चरनां दी धूड़ बन सतगुरु महाराज किरपा करनगे, साडे अंदरों हनेरा दूर हो जाएगा। गुरु तो अरदास करके आखो सच्चे पातशाह महाराज किरपा करो, ज्ञान अंजन गुर दिया, अज्ञान अंधेर विनाश। हर किरपा ते संत